जुत्ती कसूरी पैरी ना पूरी हाय रब्बा वे सानू तुरना पिया। पर चाह बहुत वधिया सी। पी लो फिर खत्म करके ठंडी हो गई कि जो मैं पिछले 7 सालों तो इंटरव्यूज कर रही हाँ ते सारिਆਂ ਨੂੰ इदां स्पॉट ते पांदी ना कि दसो दसो दसो, ये बहुत मुश्किल हुंदा है एक्चुअली। खट्टा नींबू रोशन जी। पंजाबी यार एंटरटेनमेंट दी फैक्ट्री। ਪੰਜਾਬੀ ਯਾਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਰੂਪਾਕਸ਼ੀ ਤੁਹਾਡਾ ਸਾਡੇ ਸ਼ੋਅ ਚਾਹ ਮੱਠੀ ਤੇ ਗੱਲਾਂ ਦੇ ਵਿੱਚ ਕਰਦੀ ਹਾਂ ਬਹੁਤ ਸਵਾਗਤ। ਜਿਵੇਂ ਕਿ ਸਾਡੇ ਸ਼ੋਅ ਦਾ ਨਾਮ ਹੈ ਚਾਹ ਮੱਠੀ ਤੇ ਗੱਲਾਂ, ਇਸ ਸ਼ੋਅ ਦੇ ਵਿੱਚ ਅਸੀਂ ਕਰਾਉਂਦੇ ਹਾਂ ਤੁਹਾਨੂੰ ਫਿਲਮੀ ਦੁਨੀਆ ਦੇ ਸਿਤਾਰਿਆਂ ਦੇ ਨਾਲ ਰੂਬਰੂ, ਪੀਂਦੇ ਹਾਂ ਉਹਨਾਂ ਨਾਲ ਚਾਹ ਤੇ ਖਾਂਦੇ ਹਾਂ ਮੱਠੀ। ਗੱਲ ਕਰੀਏ ਸਾਡੇ ਅੱਜ ਦੇ ਸਟਾਰ ਦੀ, ਉਹ ਨੇ ਜੀ ਫਿਲਮੀ ਦੁਨੀਆ ਦੀ ਬਹੁਤ ਹੀ ਖੂਬਸੂਰਤ ਮੇਜ਼ਬਾਨ, ਅਦਾਕਾਰਾ ਤੇ ਗਾਇਕਾ ਵੀ ਕਹਿ ਸਕਦੇ ਹਾਂ ਉਹਨਾਂ ਨੂੰ, ਜਿਨ੍ਹਾਂ ਨੂੰ ਤੁਸੀਂ ਸੁਣਿਆ ਵੀ ਹੈ ਤੇ ਟੀਵੀ ਤੇ ਤਾਂ ਜ਼ਰੂਰ ਹੀ ਵੇਖਿਆ ਹੋਵੇਗਾ। ਫਿਰ ਇੰਤਜ਼ਾਰ ਕਿਸ ਗੱਲ ਦਾ, ਪੀਂਦੇ ਹਾਂ ਉਹਨਾਂ ਨਾਲ ਮਸਾਲੇਦਾਰ ਚਾਹ ਤੇ ਨਾਲ ਹੀ ਕਰਦੇ ਹਾਂ ਮਸਾਲੇਦਾਰ ਮਿੱਠੀਆਂ ਗੱਲਾਂ। ਚਾਹ ਮੱਠੀ ਤੇ ਗੱਲਾਂ। ਸਤਿ ਸ਼੍ਰੀ ਅਕਾਲ ਜੀ ਸਾਇਰਾ ਜੀ, ਤੁਹਾਡਾ ਸਾਡੇ ਸ਼ੋਅ ਚਾਹ ਮੱਠੀ ਤੇ ਗੱਲਾਂ ਵਿੱਚ ਬਹੁਤ ਸਵਾਗਤ ਹੈ। सत श्री अकाल जी, थैंक यू सो मच फॉर हैविंग मी। थैंक यू ਜੀ ਬਿਲਕੁਲ, ਤੁਹਾਡੇ ਨਾਲ ਮਿਲਣ ਲਈ ਮੈਂ ਤਾਂ ਇੰਨੀ ਐਕਸਾਈਟਿਡ ਹੋ ਗਈ ਸੀ ਕਿ ਆਪਣੇ ਹੱਥਾਂ ਨਾਲ ਮੈਂ ਮਸਾਲੇਦਾਰ ਚਾਹ ਬਣਾਈ ਤੇ ਮੇਰੇ ਤੋਂ ਵੇਟ ਨਹੀਂ ਹੋ ਰਹੀ ਕਿ ਬਸ ਹੁਣ ਆਪਣੀਆਂ ਮਸਾਲੇਦਾਰ ਤੇ ਮਿੱਠੀਆਂ ਗੱਲਾਂ ਸ਼ੁਰੂ ਹੋ ਜਾਣ। ਇਹਦੇ ਨਾਲ ਹੀ ਲਓ ਜੀ ਚਾਹ ਤੇ ਮੈਨੂੰ ਪੀ ਕੇ ਦੱਸਿਓ ਕਿੱਦਾਂ ਦੀ ਬਣੀ ਹੈ। ओके, थैंक यू सो मच। ਆਪਾਂ ਸਿਰਫ ਮਿੱਠੀਆਂ ਗੱਲਾਂ ਕਰਾਂਗੇ, ਚੀਅਰਸ ਕਰਦੇ, Cheers। ਮਸਾਲੇਦਾਰ ਨਹੀਂ। ਮਿੱਠੀਆਂ ਤਾਂ ਹੋਣਗੀਆਂ ਜੀ, ਜਿੱਦੀ ਵੀ ਆਵਾਜ਼ ਹੀ ਇੰਨੀ ਮਿੱਠੀ ਹੋਵੇ ਉਹਦੇ ਨਾਲ ਮਿੱਠੀਆਂ ਗੱਲਾਂ ਨਾ ਹੋਣ। ਨਾਲੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਾਡੇ ਸ਼ੋਅ ਦਾ ਨਾਮ ਤਾਂ ਚਾਹ ਮੱਠੀ ਤੇ ਗੱਲਾਂ ਹੀ ਹੈ। ਚਾਹ ਤੋਂ ਬਿਨਾਂ ਤੁਹਾਡੀਆਂ ਗੱਲਾਂ ਦਾ ਸਵਾਦ ਨਹੀਂ ਆਣਾ। ਯੈਸ ਓਕੇ, ਸੋ ਆਪਾਂ ਚਾਹ ਪੀਣੀ ਪਏਗੀ। ਓਕੇ ਐ ਬਣਾਈਏ ਪੀਣੀ ਤਾਂ ਓਕੇ ਸੌਰੀ ਐਕਚੁਅਲੀ ਮੈਨੂੰ ਕਾਫੀ ਜ਼ਿਆਦਾ ਪਸੰਦ ਹੈ, ਪਰ ਅਸੀਂ ਚਾਹ ਮੱਠੀ ਨਾਲ ਸ਼ੁਰੂ ਕਰਦੇ। ਵੈਰੀ ਨਾਈਸ, ਥੈਂਕ ਯੂ ਸੋ ਮਚ। ਥੈਂਕ ਯੂ, ਬਹੁਤ ਵਧੀਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਵਧਾਈਆਂ ਦੇਣਾ ਚਾਹਾਂਗੀ, ਤੁਸੀਂ ਰੋਸ਼ਨ ਪ੍ਰਿੰਸ ਦੇ ਨਾਲ ਵੱਡੇ ਪਰਦੇ ਤੇ ਉਤਰਨ ਜਾ ਰਹੇ ਹੋ। ਤੁਹਾਡੀ ਫਿਲਮ ਬਿਨਾ ਬੈਂਡ ਚੱਲ ਇੰਗਲੈਂਡ ਆਉਣ ਜਾ ਰਹੀ ਹੈ, ਉਹਦੇ ਬਾਰੇ ਕੁਝ ਦੱਸੋ ਸਾਡੇ ਦਰਸ਼ਕਾਂ ਨੂੰ। यस, आने वाली है फिल्म और मैं बहुत एक्साइटेड हाँ एंड बहुत थैंकफुल एक्चुअली कि मेरे ते बिलीव किया साडे प्रोड्यूसर्स ने, मेरे डायरेक्टर ने मेरे ते बिलीव किया। आई एम वेरी थैंकफुल टू दैम और यस आई एम वेरी हैप्पी। शुड बी वेल। ਤੁਹਾਡੀ ਪਿਕਚਰ ਮੈਂ ਕਹਿੰਦੀ ਹਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਯਕੀਨ ਤਾਂ ਹੋਣਾ ਹੀ ਸੀਗਾ ਜਦੋਂ ਸਾਹਮਣੇ ਇੰਨੀ ਖੂਬਸੂਰਤ ਅਦਾਕਾਰਾ ਹੋਵੇ ਤੇ ਉਹਦੇ ਤੇ ਯਕੀਨ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਨਾ। ਤੇ ਇਹਦੇ ਨਾਲ ਇੱਕ ਗੱਲ ਕਰਦੇ ਤੁਹਾਡੇ ਇੱਥੋਂ ਤੱਕ ਦੇ ਸਫ਼ਰ ਦੀ, ਮੇਜ਼ਬਾਨੀ ਤੋਂ ਅਦਾਕਾਰਾ ਦਾ ਸਫ਼ਰ ਕਿਹੋ ਜਿਹਾ ਰਿਹਾ ਹੈ, ਉਹਦੇ ਬਾਰੇ ਦੱਸੋ। एक्चुअली मैं थोनों अपने पूरे जो मैं करियर ग्राफ की गल करा ना, आई फील कि मैं कुछ भी चूज़ नहीं किया सी। ना मैं एंकर बनना, आर्टिस्ट बनना, ना मैं होस्ट बनना, ना मैं एक्ट्रेस बनना चूज़ नहीं किया। ये कुछ ऐसी चीज़ सी जो हमेशा सीगी, लाइक हुंदा ना, आई थिंक कोई भी इंडियन कुड़ी होगी वो सारी छोटे होंदे निंबूड़ा ते डांस करती होगी, डोला ते डांस करती होगी, दैट काइंड ऑफ स्टफ। मैंने शुरू तो शौक बहुत सी कि एक्टिंग शीशे के सामने, मतलब मैं फेमस अपने घर च मेरे सारे रिश्तेदार मम्मी पापा सारिਆਂ ਨੂੰ पता कि शीशे के नाल खड़े होकर गल्लां करती रहती सी छोटे होंदे। एंड यू नो यह जिहा स्टफ जो सारी कुड़ियां करदियां वो सब कुछ मैं करती सी, पर आई वॉज नॉट श्योर कि मैं करूँगी कि वड्डे होके। एंड मोस्ट प्रॉबेबली मैं डॉक्टर बनने वाली सी। मैं मैडिकल की थी +1 +2 एंड मैं अमृतसर च बायोलॉजी च हाईएस्ट मार्क्स ले और मेरे अखबार च फोटो आ गई। मैंने उदों पता लगा कि यार मैं पढ़ाई च वधिया हाँ, मैं कर सकती हाँ डॉक्टरी। पर दैन मेरी बेस्ट फ्रेंड के करके मैं लास्ट मोमेंट पे एडमिशन नहीं ली मैडिकल च अगे और मैं जर्नलिज्म च चली गई, सिर्फ वो करके कि वो उत्थे गई है, मैं भी वो पिछे जाऊँगी। और वो उत्थे गई, मैं वो पिछे चल गई और हौली मैं एंकर बन गई, फिर पता नहीं कदों एक्ट्रेस बन गई। तो यदा एक्चुअल बहुत सारा क्रेडिट मेरी फ्रेंड हो जाता है। ਤੇ ਜਿਵੇਂ ਫਰੈਂਡਸ ਤਾਂ ਬਹੁਤ ਇੰਪੋਰਟੈਂਟ ਪਾਰਟ ਹੁੰਦੇ ਨੇ, ਹਾਲੇ ਤੱਕ ਦੇ ਤੁਹਾਡੇ ਸਫ਼ਰ ਦੀ ਇਨਸਪੀਰੇਸ਼ਨ ਕੌਣ ਰਹੇ ਹੈ? एक्चुअली मैं तुहानूं दसां, मैं जिवें मैं क्या मैं सोचा नहीं सी, फिर जिवें मैं एक्टर्स नूं, एक्ट्रेसिस नूं, सिंगर्स नूं, अपनी इंडस्ट्री के टॉप नॉच जिन्ने भी एक्टर एक्ट्रेस सिंगर जो भी आर्टिस्ट है सारिਆਂ ਨਾਲ मैं मिली हाँ, सारिਆਂ ਨਾਲ मैं इंटरव्यू किया, गलबात की है। मैं किसी तो भी ना स्टार स्ट्रक नहीं हुई कि ओह माई गॉड इदा वाला मैंने किसी नाल नहीं होया। ऑल रिस्पैक्ट टू दैम, पर मैंने नहीं होया। पर एक बारी इंस्पिरेशन नहीं कहूँगी, लेकिन जोड़ा बंदा मैं बहुत पसंद है जी इंडस्ट्री जो मैं कहना होए, इट हैज़ टू बी कार्तिक आर्यन। मैं थोड़ा एक स्टोरी दस दी है। कार्तिक आर्यन चंडीगढ़ आए सी
ਤੇ ਮੈਨੂੰ ਪਤਾ ਲੱਗਾ ਕਿ ਹੀ ਇਜ਼ ਇਨ ਚੰਡੀਗੜ੍ਹ ਤੇ ਸਾਡੇ ਕੋਈ ਇੰਟਰਵਿਊ ਲਾਈਨਡ ਅਪ ਨਹੀਂ ਸੀ। ਉਹ ਕਿਸੇ ਆਪਣੇ ਇਵੈਂਟ ਲਈ ਆਏ ਸੀ, ਆਈ ਥਿੰਕ ਭੂਲ ਭੁਲਈਆ 2 ਦੇ ਕਿਸੇ ਇਵੈਂਟ ਤੇ ਆਏ ਸੀ, ਪਰ ਕੋਈ ਇੰਟਰਵਿਊ ਲਾਈਨ ਅਪ ਨਹੀਂ ਸੀ। ਸੋ ਮੈਨੂੰ ਪਤਾ ਲੱਗਾ, ਮੈਂ ਫੋਨ ਘੁਮਾਉਣੇ ਸ਼ੁਰੂ ਕੀਤੇ। ਮੈਂ ਕਿਹਾ ਕਿਸੇ ਤਰ੍ਹਾਂ ਕਾਰਤਿਕ ਆਰਿਅਨ ਨਾਲ ਇੰਟਰਵਿਊ ਰਖਾਓ, ਮੈਨੂੰ ਬਹੁਤ ਪਸੰਦ ਹੈ। ਮੈਂ ਕਿਹਾ ਕਿਸੇ ਤਰ੍ਹਾਂ ਇੰਟਰਵਿਊ ਰਖਾਓ। ਓਕੇ, ਉਹ ਇੰਟਰਵਿਊ ਪਲਾਨ ਹੋ ਗਈ। ਹੁਣ ਪ੍ਰੋਬਲਮ ਇਹ ਸੀ ਕਿ ਉਸੇ ਦਿਨ ਕੀ ਬਣੂ ਪੁੰਨਿਆ ਦਾ, ਜਿਹੜੀ ਮੇਰੀ ਵੈਬ ਸੀਰੀਜ਼ ਸੀ, ਉਹਦਾ ਕਲਾਈਮੈਕਸ ਸ਼ੂਟ ਹੋ ਰਿਹਾ ਸੀ। ਕਲਾਈਮੈਕਸ ਸਾਡਾ ਹਸਪੀਟਲ ਦਾ ਸੀਨ ਸੀ। ਸੋ ਮੈਂ ਸਮੀਪ ਕੰਗ, ਜਿਹੜੇ ਸਮੀਪ ਸਰ ਨੇ, ਉਹਨਾਂ ਨੂੰ ਮੈਂ ਰਿਕੁਐਸਟ ਕੀਤੀ, ਡਾਇਰੈਕਟਰ ਸਰ ਨੂੰ। ਮੈਂ ਕਿਹਾ ਸਰ ਕਾਰਤਿਕ ਆਰਿਅਨ ਆਇਆ, ਮੈਂ ਉਹਨੂੰ ਮਿਲਣ ਜਾਣਾ ਹੈ, ਪਲੀਜ਼ ਮੇਰਾ ਸ਼ੂਟ ਜਲਦੀ ਕਰਾ ਦਿਓ। ਸੋ ਬੱਬਲ ਜਿਹੜੇ ਮੇਰੇ ਕੋ ਐਕਟਰ ਸੀ ਤੇ ਸਮੀਪ ਸਰ, ਦੋਨੇ ਇੰਨੇ ਸਵੀਟ ਨੇ। ਦੇ ਸਰ ਓਕੇ ਚਲੋ ਤੁਹਾਡੇ ਸੀਨ ਪਹਿਲੇ ਕਰ ਲੈਂਦੇ ਆ, ਪਰ ਨਾ ਕਰਦੇ ਵੀ ਸ਼ੂਟਿੰਗ 'ਚ ਬਹੁਤ ਟਾਈਮ ਲੱਗ ਜਾਂਦਾ। ਯੂ ਕਾਂਟ ਰੀਅਲੀ, ਤੂੰ ਕਹਿ ਨਹੀਂ ਸਕਦੇ ਕਿ ਘੰਟੇ 'ਚ ਫ੍ਰੀ ਹੋ ਗਏ, 2 ਘੰਟੇ ਕਰਦੇ ਸ਼ਾਮ ਹੋ ਗਈ। ਉਧਰੋਂ ਕਾਰਤਿਕ ਆਰਿਅਨ ਆਇਆ ਬੈਠਾ ਹੈ, ਹੁਣ ਅਸੀਂ ਇੰਟਰਵਿਊ ਵੀ ਰਖਾ ਲਿਆ, ਔਰ ਉਧਰੋਂ ਸਮੀਪ ਸਰ ਕਹਿ ਰਹੇ ਮੈਂ ਬਸ 5 ਮਿੰਟ ਤੁਹਾਨੂੰ ਫ੍ਰੀ ਕਰ ਰਿਹਾ। ਲਾਈਕ ਮੇਰਾ ਉਹ ਬਹੁਤ ਇਮੋਸ਼ਨਲ ਟਾਈਪ ਆਫ ਸੀਨ ਸੀਗਾ, ਬੈੱਡ ਤੇ, ਹਸਪੀਟਲ ਦੇ ਬੈੱਡ ਤੇ ਮੈਂ ਪਈ ਹਾਂ। ਮੈਂ ਹੀ ਜਾਣਦੀ ਹਾਂ ਮੈਂ ਕਿੱਦਾਂ ਕੀਤਾ। ਮੈਂ ਆਈ ਵਾਜ਼ ਸੋ ਐਨਰਜੈਟਿਕ। ਜਿੱਦਾਂ ਨੂੰ ਮੇਰਾ ਕੱਟ, ਮੈਂ ਬਾਹਰ ਸਿੱਧਾ ਗੱਡੀ ਤੇ। ਔਰ ਜਿੰਨੀ ਦੂਰ ਅਸੀਂ ਸ਼ੂਟ ਕਰ ਰਹੇ ਸੀ, ਉੱਥੋਂ ਘੰਟੇ 1.5 ਘੰਟੇ ਦਾ ਰਸਤਾ ਸੀ ਲਾਂਟੇ ਮਾਲ ਜਾਣ ਦਾ, ਔਰ ਫਿਰ ਉੱਥੋਂ ਮੈਂ ਫਟਾਫਟ ਪਹੁੰਚੀ। ਬਾਈ ਚਾਂਸ ਕਾਰਤਿਕ ਵੀ ਲੇਟ ਹੀ ਸੀ, ਸੋ ਮੇਰੀ ਮੁਲਾਕਾਤ ਹੋ ਗਈ। ਸੋ ਆਈ ਰੀਅਲੀ ਲਾਈਕ ਹਿਮ, ਔਰ ਫਿਰ ਮੈਂ ਇੰਟਰਵਿਊ ਕੀਤੀ, ਉਹਨਾਂ ਨਾਲ ਬੜਾ ਮਜ਼ਾ ਆਇਆ ਮੈਨੂੰ। ਸੋ ਇੰਸਪੀਰੇਸ਼ਨ ਨਹੀਂ, ਬਟ ਆਈ ਰੀਅਲੀ ਲਾਈਕ ਹਿਮ, ਰੀਅਲੀ। ਇੱਥੋਂ ਅਸੀਂ ਇਹ ਸੋਚ ਸਕਦੇ ਹਾਂ ਕਿ ਸਾਇਰਾ ਦੇ ਆਈਡਲ ਮੈਨ ਦੀ ਸ਼ਕਲ ਕੁਝ ਕਾਰਤਿਕ ਆਰਿਅਨ ਤੋਂ ਇੰਸਪਾਇਰਡ ਹੋਣੀ ਚਾਹੀਦੀ ਹੈ। ਯੈਸ a little of ਕਾਰਤਿਕ ਆਰਿਅਨ, a little of ਵਿੱਕੀ ਕੌਸ਼ਲ। ਓ ਵਾਹ, ਰੱਬ ਕਰੇ ਤੁਹਾਡੀ ਮੁਲਾਕਾਤ ਕਾਰਤਿਕ ਆਰਿਅਨ ਨਾਲ ਇਹੋ ਜਿਹੀ ਹੋ ਜਾਏ ਕਿ ਕੀ ਹੈ ਸਰ, ਯੂ ਨੈਵਰ ਨੋ। ਉਹਨਾਂ ਨੇ ਮੈਨੂੰ ਕੰਪਲੀਮੈਂਟ ਵੀ ਕੀਤਾ ਸੀ। ਕੰਪਲੀਮੈਂਟ ਤਾਂ ਮੈਂ ਵੀ, ਮਤਲਬ ਮੈਂ ਆਪਣੇ ਆਪ ਨੂੰ ਕਿੱਦਾਂ ਹੀ ਰੋਕ ਕੇ ਬੈਠੀ ਆ। ਵਾਰ-ਵਾਰ ਮੇਰਾ ਤਾਂ ਜੀ ਕਰ ਰਿਹਾ ਤੁਹਾਨੂੰ, ਤੁਹਾਡੀ ਖੂਬਸੂਰਤੀ ਨੂੰ ਲੈ ਕੇ, ਤੁਹਾਡੀ ਮਿੱਠੀ ਆਵਾਜ਼ ਨੂੰ ਲੈ ਕੇ ਤੁਹਾਨੂੰ ਕੰਪਲੀਮੈਂਟ ਓ ਸੋ ਸਵੀਟ, ਥੈਂਕ ਯੂ। ਮਿੱਠੀ ਆਵਾਜ਼ ਤੋਂ ਮੈਨੂੰ ਯਾਦ ਆਇਆ ਕਿ ਤੁਹਾਡੇ ਬਾਰੇ ਮੈਂ ਸੁਣਿਆ ਕਿ ਤੁਸੀਂ ਬਹੁਤ ਸੋਹਣਾ ਗਾ ਵੀ ਲੈਂਦੇ ਹੋ, ਤੇ ਸਾਡੇ ਦਰਸ਼ਕਾਂ ਨੂੰ ਪਲੀਜ਼ ਸੁਣਾ ਦਿਓ ਕੁਝ। ਹਿੰਦੀ ਕਿ ਪੰਜਾਬੀ? ਜੋ ਤੁਹਾਡਾ ਦਿਲ ਕਰੇ, ਅਸੀਂ ਤਾਂ ਸੁਣ ਕੇ ਬਸ ਖੋ ਹੀ ਜਾਣਾ ਹੈ। ਓਕੇ, ਐਕਚੁਅਲੀ ਮੈਨੂੰ ਸਿੰਗਿੰਗ ਦਾ ਵੀ, ਮੈਂ ਜੋ ਦੱਸਿਆ ਨਾ, ਮੈਨੂੰ ਗਾਣ ਦਾ ਛੋਟੇ ਹੁੰਦੇ ਤੋਂ ਬਹੁਤ ਸ਼ੌਂਕ ਹੈ। ਐਂਡ ਐਕਚੁਅਲੀ ਜੇ ਕੁਝ ਕਰੀਅਰ ਦੇ ਬਾਰੇ ਮੈਂ ਸੋਚਿਆ ਸੀ ਨਾ, ਉਹ ਮੈਨੂੰ ਇਹ ਲੱਗਦਾ ਸੀ ਕਿ ਜੇ ਮੈਂ ਡਾਕਟਰ ਨਾ ਬਣੀ ਤਾਂ ਸ਼ਾਇਦ ਸਿੰਗਰ ਬਣ ਜੂੰਗੀ, ਪਰ ਉਹ ਫਿਲਹਾਲ ਹਾਲੇ ਤੱਕ ਹੋਇਆ ਨਹੀਂ ਹੈ। ਪਰ ਹੁਣੇ ਜਦੋਂ ਮੈਂ ਫਿਲਮ ਦੇ ਸ਼ੂਟ ਤੇ ਸੀਗੀ, ਮੈਨੂੰ everybody, ਰੋਸ਼ਨ ਜੀ, everybody was saying yaar you are a very good singer, you should start singing. So I think maybe, मतलब I'm not sure, but I want to, मैं try ਜ਼ਰੂਰ ਕਰੂੰਗੀ ਹੁਣ, ਕਿਉਂਕਿ ਪਹਿਲੇ ਮੈਂ try ਨਹੀਂ ਸੀ ਕਰਦੀ, ਨਾ acting ਨਾ anchoring, ਪਰ ਹੁਣ ਮੈਨੂੰ ਲੱਗਦਾ I should try. You should. But ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਣੀ ਹੈ ਨਾ, ਫਿਰ ਤੁਸੀਂ ਦੱਸਿਓ ਕਿ ਮੈਂ try ਕਰਾਂ ਕਿ ਰਹਿਣ ਦਾ। ਓਕੇ, ਮੈਂ ਪੰਜਾਬੀ ਗਾਣਾ ਤੁਹਾਨੂੰ ਸੁਣਾਉਂਦੀ ਹਾਂ। ਹਾਂਜੀ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨੀ ਰਾਹੀਂ ਵੇ ਸਾਨੂੰ ਤੁਰਨਾ ਪਿਆ, ਉਨੀ ਰਾਹੀਂ ਵੇ ਸਾਨੂੰ ਤੁਰਨਾ ਪਿਆ। ਕਿਆ ਹੀ ਬਾਤਾਂ, ਤੁਸੀਂ ਕਹੇ ਸਾਨੂੰ ਤੁਰਨਾ ਪਿਆ ਤੇ ਸਾਡਾ ਤਾਂ ਇੱਥੋਂ ਤੁਰਨ ਦਾ ਜੀ ਨਹੀਂ ਕਰ ਰਿਹਾ ਮੁਝੇ ਆਵਾਜ਼ ਸੁਣ ਕੇ। Thank you ਕਿਆ so ਹੀ much. ਬਾਤ ਹੈ, ਕਿਆ ਹੀ ਬਾਤ, ਤੁਸੀਂ ਤਾਂ ਮਾਹੌਲ ਹੀ ਬਣ ਦਿੱਤਾ। ਥੈਂਕ ਯੂ। ਇੱਥੋਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਸੀਂ ਐਂਕਰਿੰਗ ਵੀ ਕਰ ਲੈਂਦੇ ਹੋ, ਤੁਸੀਂ ਗਾ ਵੀ ਲੈਂਦੇ ਹੋ, ਹੋਰ ਜਿਹੜੇ ਐਂਕਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਮਤਲਬ ਦੱਸਣਾ ਚਾਹੋਗੇ, ਉਹ ਆਪਣੀ ਐਂਕਰਿੰਗ ਦੀ ਸ਼ੁਰੂਆਤ ਕਰਨ ਜਾਂ ਕਿਵੇਂ ਸਾਇਰਾ ਬਣ ਸਕਦੇ ਨੇ, ਇਹ ਦੱਸੋ ਸਾਨੂੰ। ਐਕਚੁਅਲੀ ਸਾਇਰਾ ਬਣਨ ਦੀ ਕਿਸੇ ਨੂੰ ਲੋੜ ਨਹੀਂ ਹੈ, ਮੈਂ ਕਾਫੀ ਹਾਂ। ਐਕਚੁਅਲੀ ਹਰ ਕੋਈ ਨਾ ਬਹੁਤ ਯੂਨੀਕ ਹੁੰਦਾ ਹੈ, ਐਂਡ ਨੋਬਡੀ ਨੀਡਸ ਟੂ ਬੀ ਲਾਈਕ ਸਮਬਡੀ ਐਲਸ। ਜੋ ਤੁਸੀਂ ਹੋ, ਕਦੀ ਵੀ ਮੈਂ ਚਾਹ ਕੇ ਵੀ ਨਹੀਂ ਬਣ ਪਾਉਂਗੀ। ਯੂ ਹੈਵ ਸੋ ਮੈਨੀ ਗੁੱਡ ਕੁਆਲਿਟੀਜ਼, ਵਾਈਸ ਵਰਸਾ, ਸਭ 'ਚ ਇੱਦਾਂ ਹੀ ਹੁੰਦਾ ਹੈ, ਐਂਡ ਐਵਰੀਬਡੀ ਇਜ਼ ਸੋ ਯੂਨੀਕਲੀ ਬਿਊਟੀਫੁਲ। ਬਟ ਹਾਂ, ਜੇ ਆਪਾਂ ਐਂਕਰਿੰਗ ਦੀ ਗੱਲ ਕਰੀਏ, ਆਈ ਫੀਲ ਜੇ ਇੱਕ ਕੁਆਲਿਟੀ ਕਿਸੇ ਨੇ ਪੁੱਛਣੀ ਹੋਈ ਕਿ ਵਾਟ ਇਜ਼ ਦੈਟ ਵਨ ਕੁਆਲਿਟੀ, ਆਈ ਫੀਲ ਯੂ ਹੈਵ ਟੂ ਬੀ ਰੀਅਲੀ ਸਪੌਂਟੇਨੀਅਸ। ਜੇ ਤੁਹਾਨੂੰ ਗੱਲ 'ਚੋਂ ਗੱਲ ਫੁਰਦੀ ਹੈ ਜਾਂ ਤੁਸੀਂ ਗੱਲ 'ਚੋਂ ਗੱਲ ਕੱਢ ਸਕਦੇ ਹੋ, ਔਰ ਉਸ ਤੋਂ ਵੀ ਈਜ਼ੀ ਸਪੌਂਟੇਨਿਟੀ ਤੋਂ ਵੀ ਇੱਕ ਈਜ਼ੀ ਚੀਜ਼ ਮੈਂ ਕਹੂੰਗੀ, ਲਾਈਕ ਯੂ ਹੈਵ ਟੂ ਬੀ ਰੀਅਲੀ ਅਵੇਅਰ। ਕਈ ਵਾਰੀ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਸਾਹਮਣੇ ਬੈਠਾ ਕੌਣ ਹੈ, ਇਹਨੇ ਕੀ ਕੀਤਾ ਹੈ ਲਾਈਫ 'ਚ, ਯੂ ਆਰ ਨੋਟ ਵੈਰੀ ਵੈਲ ਰੈਡ ਜਾਂ ਯੂ ਆਰ ਨੋਟ ਅਵੇਅਰ। ਪਰ ਜੇ ਤੁਸੀਂ ਉਹਦੀ ਗੱਲਾਂ ਧਿਆਨ ਨਾਲ ਉਸ ਮੂਮੈਂਟ 'ਚ ਹੀ ਸੁਣ ਲਓਗੇ ਨਾ, ਤੁਹਾਨੂੰ ਪਤਾ ਲੱਗ ਜੂਗਾ ਕਿ ਕਿਸ ਪੁਆਇੰਟ ਤੋਂ ਬੋਲ ਰਿਹਾ, ਜਾਂ ਯੂ ਨੋ ਕਿ ਅੱਛਾ ਇੱਦਾਂ ਹੋ ਗਿਆ। ਤਾਂ ਯੂ ਹੈਵ ਟੂ ਬੀ ਰੀਅਲੀ ਅਵੇਅਰ, ਇਨ ਦ ਮੂਮੈਂਟ ਰਹਿਣਾ ਬਹੁਤ ਜ਼ਰੂਰੀ ਹੈ। ਉਹਦੀ ਗੱਲਾਂ ਕੰਨ ਖੋਲ ਕੇ ਸੁਣਨੀਆਂ,
ਆਬਜ਼ਰਵ ਕਰਨਾ ਇਹ ਬਹੁਤ ਜ਼ਰੂਰੀ ਹੈ। ਤੁਸੀਂ ਕਿਸੇ ਦੇ ਬਾਰੇ ਨਹੀਂ ਵੀ ਕੋਈ ਰਿਸਰਚ ਕੀਤੀ ਹੋਏਗੀ ਨਾ, ਆਈ ਥਿੰਕ ਯੂ ਕੈਨ ਨੇਲ ਦਾ ਇੰਟਰਵਿਊ ਜੇ ਤੁਸੀਂ ਉਸ ਮੂਮੈਂਟ ਨੂੰ ਚੰਗੀ ਤਰ੍ਹਾਂ ਜੀ ਰਹੇ ਹੋ। basically ਸਹੀ ਗੱਲ ਹੈ, ਜਿਵੇਂ ਮੈਂ ਜੀ ਰਹੀ ਹਾਂ ਇਸ ਮੋਮੈਂਟ ਨੂੰ। ਆਈ ਐਮ ਸੋ ਮਚ ਲਾਈਕ ਇਨਸਪਾਇਰਡ ਤੋਂ, ਇੰਨੀ ਜ਼ਿਆਦਾ ਇਨਸਪਾਇਰਡ ਹੈ ਕਿ ਤੁਸੀਂ ਮਤਲਬ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਤੁਹਾਨੂੰ ਇੰਟਰਵਿਊ ਕਰਨ ਵਾਲੀ, ਮੈਂ ਲਿਟਰਲੀ ਰਾਤ ਨੂੰ ਸੋ ਹੀ ਨਹੀਂ ਪਾਈ ਕਿ ਮਤਲਬ ਵਾਓ, ਮੈਂ ਤੁਹਾਨੂੰ ਦੇਖਦੀ ਆ ਰਹੀ ਹਾਂ, ਤੁਹਾਡੀ ਇੰਟਰਵਿਊਜ਼ ਦੇਖਦੀ ਆ ਰਹੀ ਹਾਂ, ਉਹਨਾਂ ਨੂੰ ਵੇਖ ਕੇ ਹੀ ਮੈਂ ਮਤਲਬ ਸ਼ੁਰੂਆਤ ਕੀਤੀ ਹੈ, ਤੁਸੀਂ ਇਹ ਵੀ ਕਹਿ ਸਕਦੇ ਹੋ। ਤੇ ਮੈਂ ਚਾਹੁੰਦੀ ਸੀ ਕਿ ਸਾਡੇ ਦਰਸ਼ਕਾਂ ਨੂੰ ਵੀ ਪਤਾ ਚੱਲੇ ਕਿ ਤੁਸੀਂ ਆਪਣੇ ਸਫ਼ਰ ਦੀ ਸ਼ੁਰੂਆਤ ਕਿਵੇਂ ਕੀਤੀ ਹੈ, ਤੁਹਾਡੇ ਲਈ ਤੁਸੀਂ ਕੀ ਇਹ ਇੰਪੋਰਟੈਂਸ ਹੈ ਇਸ ਚੀਜ਼ ਦੀ ਐਂਕਰਿੰਗ ਦੀ। ਹਾਂਜੀ ਓਕੇ, ਸੋ ਜਿਵੇਂ ਮੈਂ ਦੱਸਿਆ ਕਿ ਬਾਈ ਚਾਂਸ ਮੇਰੇ ਨਾਲ ਹੋ ਗਿਆ ਕਿ ਮੇਰੀ ਫਰੈਂਡ ਜਰਨਲਿਜ਼ਮ ਕਰਨ ਲੱਗੀ, ਉਸ ਤੋਂ ਬਾਅਦ ਅਗੇਨ ਅਨਦਰ ਬਾਈ ਚਾਂਸ, ਆਈ ਥਿੰਕ ਮੇਰੀ ਪੂਰੀ ਲਾਈਫ ਬਾਈ ਚਾਂਸ ਹੀ ਹੈ। ਸੋ ਬਾਈ ਚਾਂਸ ਮੈਂ ਚੰਡੀਗੜ੍ਹ ਗਈ ਕਿਉਂਕਿ ਕੰਪਲਸ਼ਨ ਹੁੰਦੀ ਹੈ ਜਰਨਲਿਜ਼ਮ 'ਚ ਇੰਟਰਨਸ਼ਿਪ ਕਰਨ ਦੀ। ਸੋ ਇਟ ਵਾਜ਼ ਅ ਕੰਪਲਸਰੀ ਇੰਟਰਨਸ਼ਿਪ ਜੋ ਕਰਨ ਮੈਂ ਚੰਡੀਗੜ੍ਹ ਗਈ। ਦੇयर ਵਾਜ਼ ਅ ਅਮਰੀਕਨ ਪੰਜਾਬੀ ਚੈਨਲ ਜਿਹਦਾ ਨਾਮ ਸੀਗਾ ਜਸਟ ਪੰਜਾਬੀ, ਉਹਨਾਂ ਦੇ ਕੋਲ ਮੈਂ ਇੰਟਰਨਸ਼ਿਪ ਕਰਨ ਗਈ। ਦੇ ਸੈਡ ਤੁਸੀਂ ਜੌਬ ਕਰ ਲਓ। ਫਿਰ ਮੈਂ ਆਪਣੇ ਕਾਲਜ 'ਚ ਗੱਲ ਕੀਤੀ, ਐਸਾ ਦੇ ਸਿੰਘ ਜੌਬ ਕਰ ਲਓ। ਮੇਰੇ ਕਾਲਜ ਵਾਲੇ ਇੰਨੇ ਸਵੀਟ, ਇੱਕ ਵੱਡਾ ਹਿਊਜ ਮੈਂਸ਼ਨ ਖਾਲਸਾ ਕਾਲਜ ਅੰਮ੍ਰਿਤਸਰ ਦੀ ਪੂਰੀ ਜਿਹੜੀ ਵੀ ਫੈਕਲਟੀ ਹੈ ਸਾਰਿਆਂ ਨੂੰ, ਸਪੈਸ਼ਲੀ ਜਿਹੜਾ ਜਰਨਲਿਜ਼ਮ ਦਾ ਡਿਪਾਰਟਮੈਂਟ ਹੈ ਉਹਨਾਂ ਨੂੰ, ਸਪੈਸ਼ਲੀ ਮਾਈ HOD ਬੈਕ ਦੈਨ ਪੁਨੀਤ ਮੈਮ, ਥੈਂਕ ਯੂ ਸੋ ਮਚ ਵੇਅਰ ਐਵਰ ਯੂ ਆਰ। ਆਈ ਥਿੰਕ ਉਹ ਕੈਨੇਡਾ 'ਚ ਰਹਿੰਦੇ ਆ ਹੁਣ, ਬਟ ਰੀਅਲੀ ਬਿਗ ਥੈਂਕ ਯੂ। ਜੇ ਉਹ ਇਹ ਨਾ ਕਹਿੰਦੇ ਕਿ ਓਕੇ ਤੂੰ ਆਪਣਾ ਕੰਮ ਕਰ, ਤੂੰ ਆਪਣਾ ਜੇ ਤੈਨੂੰ ਕੰਮ ਮਿਲਿਆ ਯੂ ਸ਼ੁੱਡ ਵਰਕ, ਮੈਂ ਕਦੀ ਵੀ ਇੱਥੇ ਨਾ ਪਹੁੰਚਦੀ। ਬਿਕਾਜ਼ ਕੋਈ ਤੁਹਾਡੇ 'ਚ ਜੇ ਬਿਲੀਵ ਹੀ ਨਹੀਂ ਕਰ ਰਿਹਾ, ਹਾਂਜੀ ਕੰਮ ਤੇ ਮਿਲ ਜਾਂਦਾ। ਆਈ ਥਿੰਕ ਕੰਮ ਮਿਲਣਾ ਇਜ਼ no ਬਿਗ ਡੀਲ। ਪਰ ਜੇ ਜਦੋਂ ਕਿ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ, ਯੂ ਆਰ ਨੋਬਡੀ, ਯੂ ਆਰ ਜ਼ੀਰੋ, ਯੂ ਆਰ ਜਸਟ ਇੱਕ ਐਮੇਚੋਰ ਬੱਚਾ ਹੋ ਕਾਲਜ, ਪਰ ਕੋਈ ਹੋਰ ਤੁਹਾਡੇ ਤੇ ਇੰਨਾ ਬਿਲੀਵ ਕਰੇ ਕਿ ਯਾਰ ਤੂੰ ਤਾਂ ਕਰ ਸਕਦੀ ਹੈ, ਤੈਨੂੰ ਤਾਂ ਬਹੁਤ ਵਧੀਆ ਕੰਮ ਮਿਲੂਗਾ, ਯੂ ਸ਼ੁੱਡ ਡੂ ਇਟ, ਉਹ ਬਹੁਤ ਵੱਡੀ ਗੱਲ ਹੈ। ਆਈ ਥਿੰਕ ਵੀ ਸ਼ੁੱਡ ਐਪਰੀਸ਼ੀਏਟ ਪੀਪਲ who see winners in us before anybody else do। ਹਾਂਜੀ, ਔਰ ਮੇਰੀ ਮੈਮ ਨੇ ਐਕਚੁਅਲੀ ਮੇਰੇ ਅੰਦਰ ਉਹ ਵਿਨਰ ਜਾਂ ਉਹ ਕੁਆਲਿਟੀ ਦੇਖੀ ਸੀ ਐਂਡ ਸ਼ੀ ਸੈਡ ਯੂ ਸ਼ੁੱਡ ਗੋ। ਮੈਂ ਚੱਲ ਗਈ। ਉਸ ਤੋਂ ਬਾਅਦ ਮੈਂ ਖਾਲਸਾ ਕਾਲਜ ਬਹੁਤ ਘੱਟ ਗਈ ਹਾਂ, ਪਾਸ ਹੋ ਗਈ ਹਾਂ ਮੈਂ, ਪੋਸਟ ਗ੍ਰੈਜੂਏਸ਼ਨ ਕਰ ਲਈ ਮੈਂ। ਪਰ ਆਈ ਥਿੰਕ ਇਟ ਵਾਜ਼ ਆਲ ਹਰ ਬਲੈਸਿੰਗਸ ਜਾਂ ਹਰ ਬਿਲੀਫ ਇਨ ਮੀ ਕਿ ਮੈਂ ਜੋ ਆਪਣਾ ਉਹ ਕਰਦੀ ਰਹੀ। ਹੁਣ ਮੈਨੂੰ 7 years ਹੋ ਗਏ ਆ, ਮੈਨੂੰ 4 ਸਾਲ PTC 'ਚ ਹੋ ਗਏ ਆ ਐਂਡ ਉਸ ਤੋਂ ਪਹਿਲੇ ਆਈ ਵਾਜ਼ ਜਸਟ ਪੰਜਾਬੀ। ਸੋ ਯਾ ਇਟਸ ਆਲ ਹਰ ਐਂਡ ਕੋਇਨਸੀਡੈਂਟਲੀ ਫਿਰ ਮੈਨੂੰ PTC ਮਿਲ ਗਿਆ, ਕੋਇਨਸੀਡੈਂਟਲੀ ਮੈਨੂੰ ਰਿਐਲਿਟੀ ਸ਼ੋਜ਼ ਮਿਲ ਗਏ, ਇਟਸ ਆਲ ਕੋਇਨਸੀਡੈਂਸ। ਕੋਈ ਵੀ ਕੋਇਨਸੀਡੈਂਟਲੀ ਮਿਲੀ ਹੈ, ਰੀਅਲੀ ਉਹਦੀ ਵੀ ਇੱਕ ਅਲੱਗ ਹੀ ਸਟੋਰੀ ਹੈ ਕਿ ਮੈਨੂੰ ਫਰਸਟ ਵੈਬ ਸੀਰੀਜ਼ ਕਿਵੇਂ ਮਿਲੀ ਸੀ। ਸੋ ਇਟਸ ਆਲ ਕੋਇਨਸੀਡੈਂਸ। ਇਸੇ ਕਰਕੇ ਕਹਿੰਦੇ ਆ ਕਿ ਜਿਹੜੇ ਟੀਚਰਸ ਹੁੰਦੇ ਆ ਨਾ ਉਹ ਸਾਡੇ ਸੈਕਿੰਡ ਫੈਮਿਲੀ ਹੁੰਦੇ ਆ, ਤੇ ਤੁਹਾਡੇ ਲਾਈਫ ਦੇ ਵਿੱਚ ਤਾਂ ਉਹਨਾਂ ਦਾ ਕੁਝ ਇਹੋ ਜਿਹਾ ਹੀ ਰੋਲ ਰਿਹਾ ਹੈ। ਡੈਫੀਨੇਟਲੀ ਵਾਂਸ ਸਾਡਾ ਅਗਲੇ ਦਿਨ ਪੇਪਰ ਸੀਗਾ, ਉਹਨਾਂ ਨੇ ਮੈਨੂੰ ਆਪਣੇ ਘਰ ਬੁਲਾਇਆ। ਸ਼ੀ ਲਿਵਸ ਸਮਵੇਅਰ ਇਨ ਅੰਮ੍ਰਿਤਸਰ ਓਨਲੀ। ਉਹਨਾਂ ਨੇ ਮੈਨੂੰ ਆਪਣੇ ਘਰ ਬੁਲਾਇਆ, ਉਹਨਾਂ ਨੇ ਮੈਨੂੰ ਪੜ੍ਹਾਇਆ ਕਿ ਤੂੰ ਪੂਰੇ ਸਾਲ ਤੇ ਕਾਲਜ ਆਈ ਨਹੀਂ ਹੈ, ਪਲੀਜ਼ ਪੜ੍ਹ ਲੈ, ਕੱਲ ਪਾਸ ਹੋ ਰਹੀ। ਲਾਈਕ ਇਹੋ ਜਿਹੇ ਟੀਚਰਸ ਕਿੱਥੇ ਮਿਲਦੇ ਆ ਹੁਣ। ਆਈ ਰੀਅਲੀ ਲਵ ਹਰ ਵੇਅਰ ਐਵਰ ਸ਼ੀ ਇਜ਼। ਮੇਰੀ ਉਹਨਾਂ ਨਾਲ ਪਿਛਲੇ 7 ਸਾਲਾਂ 'ਚ ਇੱਕ ਵਾਰੀ ਵੀ ਗੱਲ ਨਹੀਂ ਹੋਈ, ਬਟ ਅੱਜ ਇਸ ਇੰਟਰਵਿਊ ਦੇ ਥਰੂ ਆਈ ਐਮ ਥੈਂਕਿੰਗ ਹਰ। ਸੋ ਥੈਂਕ ਯੂ ਸੋ ਮਚ। ਇਸੇ ਦੇ ਨਾਲ ਮੈਨੂੰ ਯਾਦ ਆਇਆ, ਅਸੀਂ ਆਪਣੇ ਸ਼ੋਅ ਦੇ ਵਿੱਚ ਗੇਮ ਵੀ ਖੇਡਦੇ ਹਾਂ, ਤੇ ਤੁਹਾਡੇ ਲਈ ਅੱਜ ਅਸੀਂ ਬਹੁਤ ਹੀ ਇੱਕ ਦਿਲਚਸਪ ਗੇਮ ਲੈ ਕੇ ਆਏ ਹਾਂ। ਆਈ ਐਮ ਵੈਰੀ ਐਕਸਾਈਟਡ। ਕਰਨਾ ਤੁਸੀਂ ਕੁਝ ਵੀ ਨਹੀਂ ਹੈ, ਬਸ ਗਾਣਿਆਂ ਦਾ ਆਨੰਦ ਮਾਣਨਾ ਹੈ ਆਰਾਮ ਨਾਲ ਬਹਿ ਕੇ। ਓਕੇ, ਤੇ ਛੋਟਾ ਜਿਹਾ ਟਵਿਸਟ ਹੈ ਕਿ ਤੁਸੀਂ ਮੇਰੇ ਸ਼ਬਦਾਂ ਨੂੰ ਤੋਲਣਾ ਹੈ ਤੇ ਫਿਰ ਬੋਲਣਾ ਹੈ। ਮੈਂ ਤੁਹਾਡੀ ਖੂਬਸੂਰਤੀ ਤੋਂ ਗੇਮ ਦਾ ਨਾਮ ਵੀ ਦੱਸਣਾ ਭੁੱਲ ਗਈ ਹਾਂ। ਸਾਡੀ ਗੇਮ ਦਾ ਨਾਮ ਹੈ ਪਹਿਲਾਂ ਤੋਲੋ ਫਿਰ ਬੋਲੋ। ਓਕੇ, ਠੀਕ ਹੈ। ਤੇ ਇਹ ਮੈਂ ਤੁਹਾਨੂੰ ਦੇ ਦਿੰਦੀ ਹਾਂ ਏਅਰਫੋਨਸ, ਇਹ ਤੁਸੀਂ ਆਪਣੇ ਕੰਨ ਤੇ ਲਗਾਉਣੇ ਆ ਤੇ ਗਾਣੇ ਸੁਣੋ। ਬਹੁਤ ਹੀ ਸੋਹਣੇ ਏਅਰਫੋਨ ਹੈ। ਸਭ ਤੋਂ ਪਹਿਲਾਂ ਪੰਜਾਬੀ ਆਰਟ ਦੇ ਹੈਡਫੋਨ ਬਹੁਤ ਹੀ ਪਿਆਰੇ ਹੈ, ਬਲੂ ਯੈਲੋ ਪਿੰਕ, ਇਹ ਮੈਨੂੰ ਦੇ ਦਿਓ ਜ਼ਰੂਰ। ਤੁਸੀਂ ਜੋ ਚਾਹੀਦਾ ਤੁਸੀਂ ਰੱਖੋ। ਆ ਰਹੀ ਹੈ ਆਵਾਜ਼? ਹਾਂ, ਚੀਟਿੰਗ ਤਾਂ ਨਹੀਂ ਕਰ ਰਹੀ? ਇਹਦੇ से आवाज आ रही है लिप्स तो। ਇਹ ਗੇਮ ਮੈਂ ਆਪਣੇ ਸ਼ੋਅ 'ਚ ਬਹੁਤ ਵਾਰੀ ਖਿਲਾਈ ਹੈ। ਓਕੇ, ਚਲੋ ਸ਼ੁਰੂਆਤ ਕਰੋ। ਕਿੱਦਾਂ ਇੱਕ ਸੈਕਿੰਡ, ਕੋਈ ਫਿਲਮ ਦਾ ਨਾਮ ਹੈ? ਨਹੀਂ, ਨਾਰਮਲ ਵਰਡ ਕੁਝ ਵੀ। ਹਾਂਜੀ। ਕਿੱਦਾਂ ਕੁੜੀਏ, ਕਿੱਦਾਂ ਕਿੱਦਾਂ ਕੁੜੀਏ, ਕਿੱਦਾਂ ਕੁੜੀਏ ਹੈ, ਬੱਲੇ ਬੱਲੇ ਸ਼ਾਵਾ ਸ਼ਾਵਾ, ਬੱਲੇ 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 ਸ਼ਾਵਾ ਸ਼ਾਵਾ। ਤੇਰੀ ਫਾ ਇਹ ਮੈਂ ਬਹੁਤ ਵਾਰੀ ਖਿਡਾਈ ਹੈ। ਮਟਰੂ ਦੀ ਮਟਰੂ ਦੀ ਮਟਰੂ ਦੀ ਮਟਰੂ ਦੀ ਮਟਰੂ ਦੀ ਬਿਜਲੀ ਦਾ, ਮੈਨੂੰ ਕੀ? ਮਟਰੂ ਦੀ ਬਿਜਲੀ ਦਾ ਮਨ ਡੋਲਿਆ। ਬਹੁਤ ਲੰਬੀ ਲਾਈਨ ਹੈ, ਧੀਰੇ ਧੀਰੇ ਬੋਲੋ। ਮਟਰੂ ਦੀ
ਮਟਰੋ ਦੀ ਬਿਜਲੀ ਦਾ ਮੰਡੋਲਾ। मैं अपनी फेवरेट हाँ। हाँ मैं अपनी फेवरेट हाँ। मैं अपनी फेवरेट हाँ है ना। हाँ जी। बिना बैंड चल इंग्लैंड। सॉरी दोबारा बिना बैंड चलेगा। ठीक है ओके डन वाओ सारे सही एक जगह सिर्फ गाना बंद हुआ ਸੀ, ਇਸ ਕਰਕੇ ਮੈਨੂੰ ਪਤਾ ਲੱਗ ਗਿਆ ਉਹ ਮਟਰੋ ਕੀ ਬਿਜਲੀ, ਮੈਨੂੰ ਮਟਰੋ ਸੁਣ ਗਿਆ ਸੀ, ਬਾਕੀ ਸਾਰੇ ਮੈਂ ਗੈਸ ਕੀਤੇ। ਲੱਗੇ ਹੱਥ ਤੁਸੀਂ ਆਪਣੀ ਮੂਵੀ ਨੂੰ ਜ਼ਰੂਰ ਪ੍ਰਮੋਟ ਕਰ ਦਿਓ। ਯੈਸ ਬਿਨਾ ਬੈਂਡ ਚੱਲ ਇੰਗਲੈਂਡ ਤੁਸੀਂ ਜ਼ਰੂਰ ਜਾ ਕੇ ਦੇਖਿਓ ਬਿਕੋਜ਼ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ ਔਰ ਮੈਂ ਰੀਅਲੀ ਚਾਹੁੰਦੀ ਹਾਂ ਕਿ ਆਡੀਅנס ਐਟ ਲੀਸਟ ਇੱਕ ਮੌਕਾ ਤਾਂ ਦੇ ਕੇ ਦੇਖੇ ਕਿ ਉਹਨਾਂ ਨੂੰ ਮੈਂ ਕਿਵੇਂ ਦੀ ਲੱਗਦੀ ਹਾਂ ਔਨ ਸਕਰੀਨ। ਇੱਕ ਨਵਾਂ ਮੌਕਾ ਹਰ ਨਿਊ ਕਮਰ ਡਿਜ਼ਰਵ ਕਰਦਾ ਹੈ। ਜੇ ਡਾਇਰੈਕਟਰ ਤੇ ਪ੍ਰੋਡਿਊਸਰ ਬਿਲੀਵ ਕਰਕੇ ਤੁਹਾਨੂੰ ਮੌਕਾ ਦੇ ਸਕਦੇ ਨੇ ਤੇ ਆਡੀਅנס ਨੂੰ ਵੀ ਥੋੜਾ ਜਿਹਾ ਬਿਲੀਵ ਕਰਕੇ ਦੇਖਣ ਜਾਣਾ ਚਾਹੀਦਾ ਬਿਕੋਜ਼ ਮੈਂ ਬਹੁਤ ਵਾਰੀ ਦੇਖਦੀ ਬਿਕੋਜ਼ ਆਈ ਐਮ ਐਨ ਐਂਕਰ ਸੋ ਮੈਂ ਰਿਸਰਚ ਬਹੁਤ ਕਰਦੀ ਹਾਂ। ਮੈਂ ਬਹੁਤ ਵਾਰੀ ਰਿਸਰਚ 'ਚ ਦੇਖਦੀ ਹਾਂ ਕਿ ਥੱਲੇ ਕਮੈਂਟ ਆਏ ਹੁੰਦੇ ਨੇ ਕਿ ਤੁਸੀਂ ਨਵੀਂ ਜੋੜੀਆਂ ਨੂੰ ਕਿਉਂ ਨਹੀਂ ਲੈ ਕੇ ਆਉਂਦੇ, ਅਸੀਂ ਨਵੇਂ ਫੇਸਿਸ ਕਿਉਂ ਨਹੀਂ ਦੇਖਦੇ ਪੰਜਾਬੀ ਇੰਡਸਟਰੀ 'ਚ। ਸੋ ਇਫ ਯੂ ਵਾਂਟ ਟੂ ਸੀ ਨਿਊ ਫੇਸਿਸ ਜਾ ਕੇ ਉਹਨਾਂ ਦੀ ਫਿਲਮਾਂ ਵੀ ਦੇਖਿਆ ਕਰੋ। ਹਾਂਜੀ ਸਾਰਿਆ ਜੀ ਤੁਹਾਡਾ 7 ਸਾਲ ਦਾ ਕਰੀਅਰ ਰਿਹਾ ਹੈ। ਇਹਨਾਂ 7 ਸਾਲਾਂ ਦੇ ਵਿੱਚ ਤੁਸੀਂ ਮੈਂ ਵੀ ਦੇਖਿਆ ਹੈ ਕਿ ਬਹੁਤ ਸਾਰੇ ਸਿਤਾਰਿਆਂ ਦੇ ਨਾਲ ਇੰਟਰਵਿਊਜ਼ ਲਿੱਤੀਆਂ ਨੇ, ਬਾਲੀਵੁੱਡ ਤੇ ਸਾਊਥ ਵੱਲ ਵੀ ਤੁਸੀਂ ਕੀਤੀਆਂ ਨੇ ਤੇ ਹੁਣ ਇੱਕ ਹੋਰ ਇਹਦੇ ਨਾਲ ਮਸਾਲੇਦਾਰ ਗੇਮ ਖੇਡਦੇ ਆਂ ਕਿ ਮੈਂ ਤੁਹਾਨੂੰ ਤੁਹਾਡੇ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਉਹਨਾਂ ਦਾ ਤੁਸੀਂ ਨਾਮ ਲੈਣਾ ਹੈ, ਪਰ ਇਹਦੇ ਵਿੱਚ ਵੀ ਇੱਕ ਟਵਿਸਟ ਹੈ ਕਿ ਮੈਂ ਫਰੂਟਸ ਤੇ ਵੈਜੀਟੇਬਲਸ ਦਾ ਨਾਮ ਲੂੰਗੀ ਤੇ ਤੁਸੀਂ ਉਹਨਾਂ ਨੂੰ ਕੰਪੇਅਰ ਕਰਨਾ ਹੈ ਕਿ ਕੌਣ ਉਹਨਾਂ ਵਰਗਾ ਲੱਗਦਾ ਹੈ। ओके ठीक है क्वालिटी वाइज हाँ जी ओके क्वालिटी वाइज ते शक्ल वाइज नो क्वालिटीज चलो ठीक है। सब तो पहला टमाटर हैज टू बी रियली क्यूट। टमाटर कितना लाल ते खूबसूरत हुंदा है। सोनम शी ਉਹਨਾਂ ਦੀ cheeks are like tomato, she's so beautiful। सोनम बाजवा ठीक है ते मिर्च एक थोड़ी तिखी ਤਿੱਖਾ एक्चुअली हाँ तिखा एक्चुअली मैंने हुन जस्ट इसी मोमेंट च रियलाइज होया है कि जो मैं पिछले 7 सालों तो इंटरव्यूज कर रही हाँ तो सारिਆਂ ਨੂੰ इदा स्पॉट ਤੇ ਪਾਉਂਦੀ ਨਾ ਕਿ ਦੱਸੋ ਇਹ ਬਹੁਤ ਮੁਸ਼ਕਲ ਹੁੰਦਾ ਹੈ एक्चुअली ओके यार मिर्च एक्चुअली ਬਾਈ ਗੋਡ ਓਨੈਸਟਲੀ ਮੈਨੂੰ ਹੁਣ ਤੱਕ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਮਿਲਿਆ ਜਿਹਨੇ ਮੇਰੇ ਨਾਲ ਮਿਰਚ ਵਾਲੀ ਹਰਕਤ ਕੀਤੀ ਹੋਏ, ਤਿੱਖਾ ਲੱਗਾ ਹੋਏ ਮੈਨੂੰ। ਹਾਂ ਕਈ ਵਾਰੀ ਅਨਇੰਟੈਂਸ਼ਨਲੀ ਜਾਂ ਇੰਟੈਂਸ਼ਨਲੀ ਲੋਕੀ ਹੁੰਦੇ ਹੀ ਥੋੜੇ ਇਦਾਂ ਦੇ ਆ ਬਟ ਆਈ ਸਵੇਅਰ ਮੈਨੂੰ ਹੁਣ ਤੱਕ ਨਹੀਂ ਮਿਲਿਆ ਕੋਈ। ਨੋ ਵਾਓ ਖੱਟਾ ਨਿੰਬੂ। ਹਾਂ ਖੱਟਾ ਨਿੰਬੂ ਰੋਸ਼ਨ ਜੀ ਬਿਕੋਜ਼ ਹੀ ਇਜ਼ ਵੈਰੀ ਕਾਈਂਡ ਮਤਲਬ ਚਟਪਟੇ ਜਿਹੇ ਬੰਦੇ ਆ ਉਹ ਲਾਈਕ ਹੀ ਇਜ਼ ਵੈਰੀ ਸਵੀਟ ਬਟ ਹੀ ਇਜ਼ ਵੈਰੀ ਕੀ ਕਹਿੰਦੇ ਆਪਾਂ ਨੋਟੀ ਯੈਸ ਉਹ ਸ਼ਰਾਰਤਾਂ ਬਹੁਤ ਕਰਦੇ ਆ ਸੋ ਇਟ ਹੈਜ਼ ਟੂ ਬੀ ਰੋਸ਼ਨ ਜੀ। ਤੁਸੀਂ ਕਾਰਤਿਕ ਆਰੀਅਨ ਬਾਰੇ ਦੱਸਿਆ ਸੀ, ਉਹਨਾਂ ਨੂੰ ਤੁਸੀਂ ਕਿਹੜੀ ਵੈਜੀਟੇਬਲ ਜਾਂ ਫਰੂਟ ਕਹੋਗੇ? ਹੀ ਸ਼ੁਡ ਬੀ ਮੈਂਗੋ ਕਿਉਂਕਿ ਇਟਸ ਦ ਕਿੰਗ ਆਫ ਫਰੂਟਸ ਔਰ ਮੈਂਗੋ ਸਾਰਿਆਂ ਨੂੰ ਪਸੰਦ ਹੁੰਦਾ। ਆਈ ਥਿੰਕ ਕਾਰਤਿਕ ਵੀ ਸਾਰਿਆਂ ਨੂੰ ਪਸੰਦ ਹੈ। ਹੀ ਸ਼ੁਡ ਬੀ ਮੈਂਗੋ। ਵਾਹ ਹਾਲੇ ਤੱਕ ਤੇ ਮੈਂਗੋ ਤੋਂ ਮੈਨੂੰ ਯਾਦ ਆਇਆ ਕਿ ਕਿੰਗ ਹੈ ਤੁਹਾਡੇ ਲਈ ਕਾਰਤਿਕ ਆਰੀਅਨ ਤੋਂ ਇਲਾਵਾ ਕੌਣ ਕਿੰਗ ਜਾਂ ਕੁਈਨ ਹੋ ਸਕਦਾ ਹੈ ਇੰਡਸਟਰੀ ਦੇ ਵਿੱਚ? ਜਿਹੜੇ ਹੈਗੇ ਆਲਰੇਡੀ ਪੰਜਾਬੀ ਇੰਡਸਟਰੀ ਚ, ਪੰਜਾਬੀ ਜਾਂ ਬਾਲੀਵੁੱਡ ਦੇ ਵਿੱਚ ਵੀ? ਬਾਲੀਵੁੱਡ ਚ ਤੇ ਯਾਰ ਕੋਰਸ ਹੁਣ ਮੈਂ ਇੱਕ ਬੰਦਾ ਨਾਮ ਲੈਤਾ ਹੈ ਕਾਰਤਿਕ ਹੈਜ਼ ਟੂ ਬੀ ਇਟ। queen I think Alia is the queen, Alia Bhatt और ਉਹਨਾਂ ਨੂੰ ਮੈਂ ਮਿਲੀ ਹਾਂ। she is very sweet, very humble, so definitely both are doing so great। ਇੱਕ ਹੋਰ ਆਲੂ ਵਾਲਾ ਪਰੌਂਠਾ ਕਿੰਨੂੰ ਕਹਿ ਸਕਦੇ ਹੋ ਜਿਹਦੇ ਵਿੱਚ ਸਾਰਾ ਕੁਝ ਹੋਵੇ? ਆਲੂ ਉਹ ਬੰਦਾ ਹੋਊਗਾ ਨਾ ਲਾਈਕ ਜੋ ਸਾਰਿਆਂ ਨਾਲ ਚੱਲ ਵੀ ਜਾਂਦਾ ਬਿਕਾ ਆਲੂ ਹਰ ਕਿਤੇ ਪੈ ਜਾਂਦਾ। ਆਲੂ ਮਟਰ, ਆਲੂ ਪਨੀਰ, ਆਲੂ ਗੋਭੀ। ਸੋ ਉਹ ਬੰਦਾ ਐਕਚੁਅਲੀ ਆਲੂ ਦੀ ਗੁੱਡ ਕੁਆਲਿਟੀ ਹੈ ਕਿ ਉਹ ਸਾਰਿਆਂ ਨਾਲ ਚੱਲ ਜਾਂਦਾ। ਹਰ ਕੋਈ ਹਰ ਚੀਜ਼ ਨਾਲ ਨਹੀਂ ਚੱਲ ਸਕਦਾ, ਯੂ ਨੋ ਪਿੰਡੀ ਸਿਰਫ ਕੱਲੀ ਬਣ ਸਕਦੀ ਹੈ, ਯੂ ਨੋ ਉੱਦਾਂ ਦੀ ਚੀਜ਼। ਪਰ ਆਲੂ ਇਜ਼ ਵੈਰੀ ਗੁੱਡ ਸਬਜ਼ੀ, ਉਹ ਸਾਰਿਆਂ ਨਾਲ ਚੱਲ ਜਾਂਦੀ ਹੈ। ਸੋ ਦੈਟ ਵੇ ਆਈ ਵੁੱਡ ਸੇ ਰਾਜ ਧਾਲੀਵਾਲ ਮੈਮ। ਉਹ ਇੰਨੀ ਜਲਦੀ ਮਿਕਸਅਪ ਹੁੰਦੇ। ਸ਼ੀ ਇਜ਼ ਰੀਅਲੀ ਨਾਈਸ ਐਂਡ ਉਹ ਫਿਲਮਾਂ 'ਚ ਵੀ ਸਾਨੂੰ ਦਿਖਦੇ ਰਹਿੰਦੇ ਆ ਬੈਕ ਟੂ ਬੈਕ ਬਟ ਐਜ਼ ਅ ਪਰਸਨ ਉਹ ਹੋਰ ਵੀ ਜ਼ਿਆਦਾ ਵਧੀਆ ਨੇ। ਸੋ ਰਾਜ ਧਾਲੀਵਾਲ ਮੈਮ ਡੈਫੀਨੇਟਲੀ। ਆਪਣੇ ਆਪ ਨੂੰ ਤੁਸੀਂ ਕਿਹੜੀ ਵੈਜੀਟੇਬਲ ਜਾਂ ਫਰੂਟ ਦਾ ਉਹ ਦੋਗੇ?
Strawberry. Oh, Strawberry. I like Delicious. strawberries. Delicious and sweet and small. chocolatey ਕਿਹਨੂੰ ਕਹਿ ਸਕਦੇ ਹੋ? Oh, chocolate. Chocolate ਕੇ ਵਧੀਆ ਬੰਦੇ ਨੂੰ ਕਹਿਣਾ ਪੈਣਾ, like I really like chocolate. Vicky Kaushal. ਮੈਨੂੰ ਲੱਗ ਹੀ ਰਿਹਾ ਸੀ Yes. ਕਾਰਤਿਕ ਆਰੀਅਨ, ਵਿੱਕੀ ਕੌਸ਼ਲ, ਕਾਰਤਿਕ ਆਰੀਅਨ। ਠੀਕ ਹੈ। ਤੇ ਤੁਸੀਂ ਜਿਵੇਂ ਗਾ ਵੀ ਵਧੀਆ ਲੈਂਦੇ ਹੋ, ਤੇ ਤੁਹਾਡੇ ਲਈ ਗਾਇਕ ਦੀ ਕੋਈ ਇਨਸਪੀਰੇਸ਼ਨ ਹੋਈ ਹੈ ਤੁਹਾਨੂੰ, ਜਿਹਦਾ 뮤직 ਸੁਣ ਕੇ ਤੁਸੀਂ ਵੀ ਖੋ ਜਾਂਦੇ ਹੋ, ਇਹੋ ਜਿਹੀ ਕੋਈ ਸਟਾਰ? ਐਕਚੁਅਲੀ ਇੱਕ ਬਹੁਤ ਵਧੀਆ ਮਿਊਜ਼ਿਕ ਕੰਪੋਜ਼ਰ ਨੇ, अब ਜੇ ਮੈਂ ਉਹਨਾਂ ਦਾ ਨਾਮ ਭੁੱਲ ਗਈ, ਇਟ ਵਿਲ ਬੀ ਵੈਰੀ ਬੈਡ, ਅਮਿਤ, what is his name? Amit Trivedi. I love him so much यार। मैं उन्होंने गाने दिन रात बैक टू बैक, जो भी उन्होंने ਜਿਹੜੇ ਵੀ ਸਿੰਗਰ ਤੋਂ ਗਵਾਏ ਨੇ, ਉਹਨਾਂ ਨੇ ਜਿਨ੍ਹਾਂ ਦੇ ਨਾਲ ਵੀ ਕੰਮ ਕੀਤਾ, ਅਰਿਜੀਤ ਦੇ ਨਾਲ, ਸਾਰਿਆਂ ਦੇ ਨਾਲ, ਪਰ ਆਈ ਲਵ ਹਿਸ ਕੰਪੋਜੀਸ਼ਨਸ। ਉਹ ਕੰਪੋਜੀਸ਼ਨ ਤੁਸੀਂ ਕਦੀ ਵੀ ਸੁਣ ਲਓ ਬੈਠ ਕੇ, ਹਾਂਜੀ, ਨਹੀਂ ਵੀ ਕੁਝ ਬੁਰਾ ਹੋਇਆ ਹੋਊਗਾ ਜਾਂ ਨਹੀਂ ਵੀ ਤੁਸੀਂ ਸੈਡ ਹੋ, ਤੁਸੀਂ ਰੋਣ ਲੱਗ ਜਾਓਗੇ। ਹੀ ਸੋ ਗੁੱਡ। ਹੀ 뮤직 ਤੇ ਤਾਕਤ ਹੀ ਇਹ ਹੈ ਕਿ ਉਹ ਸਾਨੂੰ ਕਨੈਕਟ ਕਰ ਦਿੰਦਾ ਹੈ। ਅਮਿਤ ਤ੍ਰਿਵੇਦੀ, ਆਈ ਲਵ ਹਿਮ। ਇਹ ਤਾਂ ਹੋ ਗਏ ਤੁਹਾਡੇ ਕੈਰੀਅਰ ਦੇ ਨਾਲ ਰਿਲੇਟਡ ਸਵਾਲ। ਹੁਣ ਕੁਝ ਤੁਹਾਡੇ ਨਿੱਜੀ ਜ਼ਿੰਦਗੀ ਜਾਂ ਫਿਰ ਤੁਹਾਡੀ ਡੇਲੀ ਰੂਟੀਨ ਦੇ ਆਪਾਂ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਸਾਇਰਾ ਜਦੋਂ ਉੱਠਦੀ ਹੈ, ਤੁਹਾਡੀ ਜਿਵੇਂ ਸਕਿਨ ਚਮਕ ਰਹੀ ਹੈ, ਆਪਣੀ ਕੁਝ ਰੂਟੀਨ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਐਕਚੁਅਲੀ ਰੂਟੀਨ ਮੈਂ ਤੁਹਾਨੂੰ ਦੱਸਦੀ, ਆਈ ਐਮ ਅ ਵੈਰੀ ਰੂਟੀਨ ਕਾਈਂਡ ਆਫ ਅ ਪਰਸਨ। ਮਤਲਬ ਮੈਨੂੰ ਮੇਰਾ ਰੂਟੀਨ ਜੇ ਨਹੀਂ ਹੁੰਦਾ ਨਾ, ਆਈ ਗੈਟ ਵੈਰੀ ਅਪਸੈਟ। ਮੈਨੂੰ ਇੱਦਾਂ ਚਾਹੀਦਾ ਕਿ ਬਾਕੀ ਮੈਂ ਦਿਨ 'ਚ ਭਾਵੇਂ ਕੁਝ ਵੀ ਕਰਦੇ ਰਹਾਂ, ਜਿਹੜੇ ਸਵੇਰ ਦੇ ਮੇਰੇ ਉਹ ਰਿਚੁਅਲਸ ਜਾਂ ਜੋ ਵੀ ਤੁਸੀਂ ਕਹਿ ਲਓ, ਉਹ ਬਿਲਕੁਲ ਪੁਆਇੰਟ ਟਾਈਮ ਟੂ ਟਾਈਮ ਹੋਣੇ ਚਾਹੀਦੇ ਆ, ਨਹੀਂ ਤਾਂ ਮੇਰਾ ਪੂਰਾ ਦਿਨ ਖਰਾਬ ਹੋ ਜਾਂਦਾ। ਆਈ ਐਮ ਵੈਰੀ ਪਰਟੀਕੂਲਰ ਅਬਾਊਟ ਇਟ, ਡਿਸਿਪਲਿਨਡ ਕਹਿ ਲਓ ਤੁਸੀਂ, ਪਰ ਆਈ ਐਮ ਵੈਰੀ ਦੈਟ। ਸੋ ਆਫਕੋਰਸ ਸਵੇਰੇ ਉੱਠ ਕੇ ਬਹੁਤ ਸਾਰਾ ਪਾਣੀ ਪੀ ਲਓ, ਕਿਉਂਕਿ ਮੈਂ ਪੂਰੇ ਦਿਨ 'ਚ ਪਾਣੀ ਪੀਣਾ ਭੁੱਲ ਜਾਂਦੀ ਹਾਂ। ਸੋ ਮੈਂ ਸਵੇਰੇ ਹੀ ਸਾਰਾ ਉਹਦਾ ਕੋਟਾ ਪੂਰਾ ਕਰ ਲੈਂਦੀ ਹਾਂ ਜਿੰਨਾ ਪੀ ਸਕਦੇ। ਸਵੇਰੇ ਪਾਣੀ ਪੀਓ। ਦੈਨ ਸਕਿਨ ਕੇਅਰ ਵੀ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਆਪਣੇ ਵੱਲੋਂ ਜਿੰਨਾ ਹੋ ਸਕਦਾ ਕਰਦੀ ਹਾਂ। ਰਾਤ ਵਾਲਾ ਜਿਹੜਾ ਹੁੰਦਾ ਜਦੋਂ ਮੇਕਅਪ ਰਿਮੂਵ ਕਰਨਾ, ਉੱਥੇ ਮੈਨੂੰ ਆਲਸ ਆਉਂਦਾ ਹੈ। ਸਵੇਰ ਵਾਲਾ ਸਕਿਨ ਕੇਅਰ ਮੈਨੂੰ ਬਹੁਤ ਪਸੰਦ ਹੈ। ਆਈ ਲਵ ਡੂਇੰਗ ਇਟ। ਮੈਂ ਆਪਣੇ ਲਈ 20-25 ਮਿੰਟ ਜੋ ਮੈਂ ਆਪਣੇ ਸਕਿਨ ਨੂੰ ਪ੍ਰੈਪ ਕਰਨ 'ਚ ਲਾਉਣਾ, ਮੈਂ ਰੋਜ਼ ਲਗਾਉਂਦੀ ਹਾਂ। ਐਂਡ ਬਾਈ ਗੋਡਸ ਗ੍ਰੇਸ ਆਈ ਹੈਵ ਰੀਅਲੀ ਗੁੱਡ ਹੇਅਰ। ਮਤਲਬ ਮੇਰੀ ਹੇਅਰ ਦੀ ਕੁਆਲਿਟੀ ਬਹੁਤ ਵਧੀਆ ਹੈ। ਤਾਂ ਹੇਅਰ ਮੈਨੇਜ ਕਰਨ ਲਈ ਮੈਂ ਕੁਛ ਨਹੀਂ ਕਰਦੀ। ਮੈਨੂੰ ਸਾਰੇ ਬੋਲਦੇ ਤੁਸੀਂ ਕਿੱਦਾਂ ਕਰਦੇ ਹੋ, ਕਿੱਦਾਂ। ਮੈਂ ਕੁਛ ਨਹੀਂ ਕਰਦੀ, ਮੇਰੀ ਮੰਮੀ ਦੇ ਜੀਨਸ ਆ, ਸੋ ਮੈਂ ਕੁਝ ਨਹੀਂ ਕਰਦੀ। ਐਂਡ ਸਕਿਨ ਲਈ ਮੈਨੂੰ ਕਰਨਾ ਪੈਂਦਾ ਹੈ ਅਨਡਾਊਟਡਲੀ। ਜੇ ਨਾ ਕਰਾਂ ਤੇ ਆਫਕੋਰਸ ਗੰਦੀ ਹੋ ਜਾਂਦੀ ਹੈ ਥੋੜ੍ਹੀ ਜਿਹੀ, ਪਿੰਪਲ। ਬਟ ਅੱਛਾ, ਪਿੰਪਲ ਦੀ ਵੀ ਕਹਾਣੀ ਸੁਣੋ। ਜਿਸ ਦਿਨ ਕੋਈ ਇੰਟਰਵਿਊ ਸ਼ੂਟ ਹੋਏਗਾ, ਉਸੇ ਦਿਨ ਪਿੰਪਲ ਹੋ ਜਾਂਦਾ। ਆਈ ਡੋਂਟ ਨੋ, ਇਹ ਸਾਰੀਆਂ ਕੁੜੀਆਂ ਨਾਲ ਹੁੰਦਾ ਹੈ। ਵਾਈ? ਉਸ ਦਿਨ ਹਲੇ ਆਪਾਂ ਫਿਲਮ ਦੇ ਸ਼ੂਟ ਤੇ ਸੀਗੇ, ਬਿਨਾ ਬੈਂਡ ਚਾਰਲਿੰਗ ਲੈਂਡ, ਪੂਰੀ ਫਿਲਮ ਨਿਕਲ ਗਈ, ਕੋਈ ਮੇਰੇ ਪਿੰਪਲ ਨਹੀਂ ਹੋਇਆ। ਉਸੇ ਇਹ ਕਿੱਦਾਂ ਹੋ ਗਿਆ? ਜਿਸ ਦਿਨ ਅਸੀਂ ਮੇਰਾ ਇੰਟਰੋਡਕਸ਼ਨ ਸ਼ਾਟ ਸ਼ੂਟ ਕਰਨਾ ਸੀ, ਉਸੇ ਦਿਨ ਮੇਰੇ ਪਿੰਪਲ ਆਇਆ। ਔਰ ਗਾਣਾ ਸ਼ੂਟ ਕਰਨਾ ਸੀ ਫਿਲਮ ਦਾ, ਇੰਨਾ ਇੰਪੋਰਟੈਂਟ ਇੰਟਰੋ ਸੌਂਗ, ਉਸੇ ਦਿਨ ਮੇਰੇ ਮੂੰਹ ਤੇ 2 ਪਿੰਪਲ ਆਏ। ਲਾਈਕ ਯਾਰ, ਇਹ ਤਾਂ ਉਹੀ ਗੱਲ ਹੋ ਗਈ, ਦਿਨ ਦੇ ਯਾਰ ਚੰਗੇ, ਦਿਨ ਦੇ ਯਾਰ ਮੰਦੇ ਤੇ ਵੈਸੇ ਚੰਗੇ ਏਦਾਂ ਹੀ ਹੁੰਦਾ ਮੇਰੇ ਨਾਲ। ਸੋ ਆਈ ਥਿੰਕ ਸਾਰੀਆਂ ਕੁੜੀਆਂ ਨਾਲ ਹੀ ਹੁੰਦਾ ਹੈ। ਸੋ ਯਾ, ਮੈਂ ਵੀ ਮਤਲਬ, ਬਟ ਤੁਹਾਡੀ ਪਿੰਪਲ ਤੁਹਾਡੇ ਉਹਦੇ ਲਈ ਚੰਦ ਦੇ ਵਿੱਚ ਕਹਿੰਦੇ ਆ ਨਾ ਜਿੱਦਾਂ ਦਾਗ ਹੋਣ, ਪਰ ਫਿਰ ਵੀ ਖੂਬਸੂਰਤ ਲੱਗਦਾ। ਮੈਨੂੰ ਨਹੀਂ ਲੱਗਦਾ ਉਹਨਾਂ ਨਾਲ ਤੁਹਾਡੀ ਸ਼ਕਲ ਤੇ ਕੋਈ ਅਸਰ ਪੈਂਦਾ ਹੋਏਗਾ। ਥੈਂਕ ਯੂ। ਤੇ ਗੱਲ ਕਰੀਏ ਤੁਹਾਡੀ ਫੈਮਿਲੀ ਦੇ ਵਿੱਚ, ਜਦੋਂ ਤੁਸੀਂ ਇਹ ਕਰੀਅਰ ਦੀ ਸ਼ੁਰੂਆਤ ਕੀਤੀ, ਤੁਸੀਂ ਮਤਲਬ ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਹੁਣ ਨਹੀਂ ਇੰਨਾ ਰੋਕਿਆ ਜਾਂਦਾ ਕੁੜੀਆਂ ਨੂੰ, ਬਟ ਪਹਿਲਾਂ ਐਸਾ ਟਾਈਮ ਸੀਗਾ, ਅੱਜ ਵੀ ਕਿਤੇ ਨਾ ਕਿਤੇ ਲੜਕੀਆਂ ਨੂੰ ਨਹੀਂ ਓਪਰਚੁਨਿਟੀ ਮਿਲਦੀ। ਤੁਹਾਡੀ ਫੈਮਿਲੀ ਵੱਲੋਂ ਮਤਲਬ ਤੁਹਾਨੂੰ ਫੁੱਲ ਸਪੋਰਟ ਰਿਹਾ ਹੈ ਹਾਲੇ ਤੱਕ? ਐਕਚੁਅਲੀ ਮੇਰੀ ਫੈਮਿਲੀ, ਜਿਵੇਂ ਤੁਸੀਂ ਆਪ ਹੀ ਕਿਹਾ ਕਿ ਹਲੇ ਵੀ ਐਸੇ ਬਹੁਤ ਸਾਰੇ ਏਰੀਆਜ਼ ਨੇ ਜਿੱਥੇ ਫੁੱਲ ਸਪੋਰਟ ਨਹੀਂ ਮਿਲਦੀ। ਬਟ ਅਗੇਨ ਇਹ ਗੱਲ ਮੈਂ ਗੁਰਪ੍ਰੀਤ ਘੁੱਗੀ ਸਰ ਤੋਂ ਸਿੱਖੀ, ਆ ਉਹਨਾਂ ਨੇ ਗੱਲ ਕਹੀ ਸੀ ਮੇਰੀ ਹੀ ਇੰਟਰਵਿਊ ਦੇ ਵਿੱਚ, ਜੋ ਮੈਂ ਆਪਣੇ ਪੱਲੇ ਬੰਨੀ ਹੋਈ ਹੈ। ਔਰ ਇਹ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਜਿਹੜੇ ਬੱਚੇ ਕੁਝ ਵੀ ਕਰਨਾ ਚਾਹੁੰਦੇ, ਐਕਟਿੰਗ ਨਹੀਂ, ਐਨੀਥਿੰਗ ਦੇ ਵਾਂਟ ਟੂ ਡੂ, ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਦਾ ਵਿਸ਼ਵਾਸ ਜਿੱਤਣਾ ਪਏਗਾ। ਲਾਈਕ ਯੂ ਹੈਵ ਟੂ ਸਿਰਫ ਆ ਕੇ ਕਹਿ ਦੇਣਾ ਕਿ ਮੈਂ ਤੇ ਚੱਲਿਆ ਜੀ ਵਰਲਡ ਟ੍ਰਿਪ ਤੇ, ਇਦਾਂ ਨਹੀਂ ਚੱਲਦਾ। ਲਾਈਕ ਪੇਰੈਂਟਸ ਆਫਕੋਰਸ ਸਕੇਅਰ ਹੋ ਜਾਂਦੇ ਕਿ ਸਾਡੇ ਬੱਚਿਆਂ ਨੂੰ ਕੁਝ ਹੋ ਗਿਆ ਫਿਰ, ਜਾਂ ਫਿਰ ਆਪਾਂ ਐਕਟਿੰਗ ਦੀ ਗੱਲ ਕਰ ਲਈਏ, ਬਹੁਤ ਸਾਰੀਆਂ ਅਫਵਾਹਾਂ, ਰੂਮਰਸ, ਬਹੁਤ ਕੁਝ ਹੁੰਦਾ ਕਿ ਇੰਡਸਟਰੀ ਇਜ਼ ਬੈਡ, ਲੋਕੀ ਬੁਰੇ ਹੁੰਦੇ ਨੇ, ਕੁੜੀਆਂ ਦੇ ਲਈ ਤਾਂ ਹੋਰ ਵੀ ਜ਼ਿਆਦਾ ਇਟਸ ਬੈਡ। ਸੋ ਯੂ ਹੈਵ ਟੂ ਅਰਨ ਯੋਰ ਪੇਰੈਂਟਸ ਟਰਸਟ। ਔਰ ਉਹ ਇੱਕੋ ਰਾਤ 'ਚ ਨਹੀਂ ਹੋ ਸਕਦਾ, ਇਟ ਇਜ਼ ਅ ਵੈਰੀ ਲੌਂਗ ਪ੍ਰੋਸੈਸ। ਕਈ ਸਾਲ ਲੱਗ ਜਾਂਦੇ ਨੇ ਆਪਣੇ ਪੇਰੈਂਟਸ ਦੇ ਟਰਸਟ ਜਿੱਤਣ ਨੂੰ, ਔਰ ਟੁੱਟਣ ਨੂੰ ਇੱਕੋ ਹੀ ਸੈਕਿੰਡ ਲੱਗਦਾ ਹੈ। ਸੋ ਇਟਸ ਲਾਈਕ ਅ ਜਰਨੀ ਜੋ ਪੂਰੇ ਤੁਹਾਡੀ ਕਰੀਅਰ ਦੇ ਨਾਲ ਚੱਲਦੀ ਰਹੇਗੀ। ਸੋ ਆਈ ਥਿੰਕ ਆਈ ਐਮ ਔਨ ਅ ਜਰਨੀ
ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਰਵਾਂਗੇ ਉਹ ਵੀ ਹੋਰ ਮੈਨੂੰ ਜ਼ਿਆਦਾ ਸਪੋਰਟ ਕਰਨ ਲੱਗ ਜਾਓਗੇ। ਪਹਿਲੇ ਉਹ ਮੇਰੀ ਐਂਕਰਿੰਗ ਵਾਲੇ ਕੰਮ ਤੋਂ ਲੈ ਕੇ ਦੇ ਵਰ ਵੈਰੀ ਸਰਪ੍ਰਾਈਜ਼ਡ, ਕਿਉਂਕਿ ਸਾਡੇ ਪਿੱਛੇ ਫੈਮਿਲੀ 'ਚ ਕੋਈ ਟੈਲੀਵਿਜ਼ਨ ਦੇ ਨਾਲ ਜਾਂ ਫਿਲਮਸ ਨਾਲ ਰਿਲੇਟਡ ਨਹੀਂ ਆ। ਮੇਰੇ ਫਾਦਰ ਡਾਕਟਰ ਨੇ, ਮਮ ਹੋਮ ਮੇਕਰ ਨੇ, ਸੋ ਯੂ ਨੋ ਨੋਬਡੀ ਇਜ਼ ਫਰਮ ਦਿਸ ਬੈਕਗਰਾਊਂਡ, ਕ੍ਰੀਏਟਿਵ ਫੀਲਡ 'ਚ ਨਹੀਂ ਆ ਕੋਈ। ਤੇ ਦੇ ਵਰ ਸਰਪ੍ਰਾਈਜ਼ਡ ਕਿ ਇਹ ਟੀਵੀ ਤੇ ਕਿੱਦਾਂ ਪਹੁੰਚ ਗਈ ਆ। ਮੈਂ ਵੀ ਬਹੁਤ ਸਰਪ੍ਰਾਈਜ਼ ਸੀ, ਉਹ ਵੀ ਉਨੀ ਸਰਪ੍ਰਾਈਜ਼ ਸੀ। ਪਰ ਹੌਲੀ ਹੌਲੀ ਕਰਕੇ ਜਦੋਂ ਲੋਕਾਂ ਨੇ ਆ ਕੇ ਮੇਰੇ ਨਾਲ ਮਿਲਣਾ ਸ਼ੁਰੂ ਕਰਤਾ, ਜਦੋਂ ਮੈਂ ਆਪਣੇ ਪਿੰਡ ਗਈ, ਲੋਕੀ ਫੋਟੋਜ਼ ਵਗੈਰਾ ਖਿਚਾਉਣ ਆ ਗਏ, ਦੈਨ ਦੇ ਵਰ ਲਾਈਕ ਅੱਛਾ ਓਕੇ ਫੇਮਸ ਹੋ ਰਹੀ ਹੈ ਥੋੜ੍ਹੀ ਥੋੜ੍ਹੀ। ਫਿਰ ਉਹ ਨੋਰਮਲ ਹੋ ਗਏ, ਉਹਨਾਂ ਨੂੰ ਵਧੀਆ ਲੱਗਣ ਲੱਗ ਗਿਆ। ਫਿਰ ਯੂ ਨੋ ਦੇ ਐਕਸੈਪਟਡ। ਫਿਰ ਹੁਣ ਫਿਲਮਾਂ ਦਾ ਵੀ ਸੇਮ ਆ, ਵੈਰ ਆਈ ਡੂ 4-5 ਫਿਲਮਸ ਐਂਡ ਉਹਨਾਂ 'ਚੋਂ ਵਧੀਆ ਵਧੀਆ ਸਕਸੈਸਫੁਲ ਫਿਲਮਾਂ ਨਿਕਲੂਗੀਆਂ ਐਂਡ ਦੇ ਵਿਲ ਫੀਲ ਕਿ ਇਟਸ ਇਹ ਜਸਟ ਇੱਕ ਕਰੀਅਰ ਆਪਸ਼ਨ ਹੈ ਲਾਈਕ ਐਨੀ ਅਦਰ ਕਰੀਅਰ, ਲਾਈਕ ਡਾਕਟਰ ਇੰਜੀਨੀਅਰ। ਉਹ ਹੋਰ ਵੀ ਜ਼ਿਆਦਾ ਸਪੋਰਟ ਕਰੋਗੇ। ਦੋ ਉਹਨਾਂ ਨੇ ਮੈਨੂੰ ਰੋਕਿਆ ਕਦੇ ਨਹੀਂ ਆ। ਸੋ ਯਾ, ਤੁਸੀਂ ਆਪਣੀ ਫੈਮਿਲੀ ਦੇ ਵਿੱਚ ਸਭ ਤੋਂ ਜ਼ਿਆਦਾ ਕਨੈਕਟਡ ਕਿਹਦੇ ਨਾਲ ਹੋ? ਜਾਂ ਇਹ ਸਵਾਲ ਨਾ ਪੁੱਛੋ, ਲੜਾਈ ਹੋ ਜਾਂਦੀ ਹੈ ਇਹਦੇ ਨਾਲ। ਇਹ ਮੈਂ ਪਹਿਲੇ ਵੀ ਇੱਕ ਇੰਟਰਵਿਊ ਦੇ ਵਿੱਚ ਕਹਿਤਾ ਸੀ, ਬਾਅਦ ਚੋਂ ਏਦਾਂ ਮੈਨੂੰ ਘਰ ਆ ਕੇ ਬੋਲਦੇ ਆ ਕਿ ਅੱਛਾ ਮੰਮੀ ਦਾ ਨਾਮ ਲੈ ਕੇ ਆ ਗਈ ਆ। ਅੱਛਾ, ਮਤਲਬ ਮੰਮੀ। ਠੀਕ ਹੈ, ਸਾਰਿਆਂ ਨਾਲ ਮੇਰਾ ਕਨੈਕਸ਼ਨ, ਪਰ ਮੰਮੀ ਨਾਲ ਥੋੜਾ ਜ਼ਿਆਦਾ। ਠੀਕ ਹੈ। ਤੇ ਤੁਸੀਂ ਕੋਈ ਆਪਣੇ ਨਾਲ ਪੈਟ ਵਗੈਰਾ ਜਾਂ ਫਿਰ Yes. ਨੇਚਰ ਦੇ ਨਾਲ ਕਿਸ ਤਰ੍ਹਾਂ? ਦੇਖੋ, ਮੈਨੂੰ ਘੁੰਮਣ ਦਾ ਇੰਨਾ ਕੁ ਜ਼ਿਆਦਾ ਸ਼ੌਂਕ ਹੈ ਨਾ ਕਿ ਮੇਰਾ ਬੱਸ ਚੱਲੇ ਤੇ ਮੈਂ ਸਾਲ ਦੇ 12 ਮਹੀਨਿਆਂ ਚੋਂ 9-10 ਮੰਥ ਸਿਰਫ ਘੁੰਮਾਂ, 2-3 ਮਹੀਨੇ ਕੰਮ ਕਰਾਂ। ਲਾਈਕ ਆਈ ਲਵ ਟਰੈਵਲਿੰਗ। ਸੋ ਆਫ ਕੋਰਸ ਨੇਚਰ ਦੇ ਨਾਲ ਕਨੈਕਟ ਕਰਨਾ ਐਂਡ ਆਲ ਆਫ ਦੈਟ ਆਈ ਲਵ। ਐਂਡ ਜਿੱਥੋਂ ਤੱਕ ਰਹੀ ਪੈਟ ਲਵਰ, ਤੇ ਆਈ ਹੈਵ ਅ ਪੈਟ ਐਟ ਹੋਮ, ਆਈ ਲਵ ਹਰ ਐਜ਼ ਵੈਲ। ਸੋ ਯੈਸ, ਆਈ ਲਵ ਐਨੀਮਲਸ। ਔਰ ਇਸ ਤੋਂ ਪਹਿਲਾਂ ਮੈਨੂੰ ਬਿਲਕੁਲ ਚੰਗੇ ਨਹੀਂ ਸੀ ਲੱਗਦੇ, ਬਿਲਕੁਲ ਵੀ। ਸੋ ਕਈ ਚੀਜ਼ਾਂ ਤੁਹਾਡੀ ਲਾਈਫ 'ਚ ਐਸੀਆਂ ਹੁੰਦੀਆਂ ਨੇ ਜੋ ਆਪੇ ਤੁਹਾਡੇ ਕੋਲ ਪਿਆਰ ਮੰਗਦੇ ਨੇ। ਸੋ ਆਈ ਥਿੰਕ ਮਾਈ ਪੈਟ ਇਜ਼ ਵਨ ਆਫ ਦੈਟ। ਉਹਨੇ ਮੈਨੂੰ ਪਿਆਰ ਹੀ ਕਰਾਤਾ ਐਨੀਮਲਸ ਨਾਲ। ਓ ਵਾਹ। ਘੁੰਮਣ ਤੋਂ ਯਾਦ ਆਇਆ ਕਿ ਤੁਹਾਡੀ ਫਿਲਮ ਦੇ ਵਿੱਚ ਤੁਹਾਡੇ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਕਿ ਯੂਕੇ ਦੀਆਂ ਪੋਸਟਸ ਪੈ ਰਹੀਆਂ। ਆਪਣੇ ਯੂਕੇ ਦੇ ਥੋੜੇ ਐਕਸਪੀਰੀਅੰਸ ਦੱਸੋ, ਕਿੱਦਾਂ ਦਾ ਰਿਹਾ? ਸੋ UK ਵਾਜ਼ ਮਾਈ ਫਰਸਟ ਐਵਰ ਇੰਟਰਨੈਸ਼ਨਲ ਟ੍ਰਿਪ। ਇਸ ਤੋਂ ਪਹਿਲਾਂ ਮੈਂ ਕਦੇ ਵੀ ਇੰਟਰਨੈਸ਼ਨਲ ਟਰੈਵਲ ਨਹੀਂ ਕੀਤਾ ਸੀ। ਐਂਡ ਮੈਂ ਪੋਸਟ 'ਤੇ ਵੀ ਲਿਖਿਆ ਸੀਗਾ ਕਿ ਮੈਂ ਸੋਚ ਵੀ ਨਹੀਂ ਸੀ ਸਕਦੀ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਇੰਟਰਨੈਸ਼ਨਲ ਟ੍ਰਿਪ ਫ੍ਰੀ ਆਫ ਕਾਸਟ ਹੋਊਗਾ। ਮਤਲਬ ਕਿ ਪ੍ਰੋਡਿਊਸਰਸ ਵਿਲ ਪੇ ਦ ਮਨੀ ਔਰ ਮੈਂ ਜਾਊਂਗੀ, ਕੰਮ ਕਰੂੰਗੀ ਔਰ ਉਹਦੇ ਪੈਸੇ ਲੈ ਕੇ ਆਉਂਗੇ। ਨੈਵਰ ਇਨ ਮਾਈ ਲਾਈਫ ਆਈ ਕੁਡ ਹੈਵ ਥੌਟ ਦੈਟ। ਸੋ ਉਹ ਬਹੁਤ ਵੱਡੀ ਗੱਲ ਹੈ ਮੇਰੇ ਲਈ ਕਿ ਸਮਬਡੀ ਬਿਲੀਵਡ ਇਨ ਮੀ ਐਂਡ ਮੈਨੂੰ UK ਲੈ ਕੇ ਗਿਆ। ਐਂਡ ਆਈ ਵਾਜ਼ ਮਤਲਬ ਬਹੁਤ ਮੈਸਮਰਾਈਜ਼ਡ ਸੀ ਮੈਂ ਜਾ ਕੇ UK। ਬਟ ਯਾ ਮੈਨੂੰ ਜੇ ਮੈਂ ਇੱਦਾਂ ਕਹਾਂ ਕਿ ਮੈਨੂੰ UK ਤੇ ਇੰਡੀਆ ਦਾ ਕੰਪੈਰੀਜ਼ਨ ਕਰਾਂ, ਆਈ ਲਵ ਇੰਡੀਆ। ਮੇਰਾ ਦਿਲ ਕਰ ਰਿਹਾ ਸੀ ਕਿਹੜਾ ਵੇਲਾ ਹੋਏ ਮੈਂ ਵਾਪਸ ਜਾਵਾਂ। ਸੋ ਯਾ, ਬਟ UK ਬਹੁਤ ਵਧੀਆ ਸੀ। ਵੈਰੀ ਵੈਰੀ ਨਾਈਸ ਵੈਦਰ, ਐਵਰੀਥਿੰਗ ਵਾਜ਼ ਵੈਰੀ ਗੁੱਡ। ਤੇ UK ਦੀ ਕੋਈ ਖੱਟ ਮਿੱਠੀ ਜੀ ਕਹਾਣੀ ਜਾਂ ਕੁਝ ਇਹੋ ਜਿਹਾ ਫਨੀ ਇਨਸੀਡੈਂਟਸ ਹੋਇਆ ਹੋਵੇ ਤੁਹਾਡੇ ਨਾਲ ਉੱਥੇ ਸ਼ੂਟ ਦੇ ਦੌਰਾਨ? ਫਨੀ ਇਨਸੀਡੈਂਟਸ, ਫਨੀ ਐਕਚੁਅਲੀ ਅਸੀਂ ਗਾਣਾ ਸ਼ੂਟ ਕਰ ਰਹੇ ਸੀ ਲੰਡਨ ਸੈਂਟਰਲ ਤੇ। ਐਂਡ ਉੱਥੇ ਅਫਕੋਰਸ ਅਸੀਂ ਪਰਮਿਸ਼ਨ ਲੈ ਕੇ ਸ਼ੂਟ ਕਰ ਰਹੇ ਸੀ। ਬਟ ਐਵਰੀ 2 ਮਿੰਟਸ ਵਿੱਚ ਸ਼ਾਟ ਦੇ ਪਿੱਛੋਂ ਕੋਈ ਨਾ ਕੋਈ ਬੱਸ, ਟਰੱਕ, ਇੰਨਾ ਵਧੀਆ ਸ਼ਾਟ ਆਇਆ ਇੱਕ ਵਾਰੀ, ਵਾਹ 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 ਵਾਹ, ਵੈਰੀ ਨਾਈਸ ਸ਼ਾਟ ਮਿਲ ਗਿਆ। ਜਦੋਂ ਆਪਾਂ ਉੱਥੇ ਪ੍ਰੀਵਿਊ ਕੀਤਾ ਸ਼ਾਟ ਨੂੰ, ਜਾ ਕੇ ਦੇਖਿਆ ਪਿੱਛੇ ਭੈੜਾ ਜਿਹਾ ਟਰੱਕ ਨਿਕਲ ਗਿਆ ਮੇਰੀ ਪਾਸਿੰਗ ਤੇ। ਔਰ ਉਹ ਮੇਰਾ ਉਹੀ ਓਪਨਿੰਗ ਸ਼ਾਟ ਦੀ ਮੈਂ ਗੱਲ ਕਰ ਰਹੀ ਹਾਂ, ਅਗੇਨ। ਸੋ ਬਾਹਰ ਜਦੋਂ ਆਪਾਂ ਸ਼ੂਟ ਕਰਦੇ ਹਾਂ, ਇਟਸ ਲਾਈਕ ਰੀਅਲੀ ਡਿਫਿਕਲਟ। ਆਊਟਡੋਰਸ ਜਿਹੜਾ ਸ਼ੂਟ ਕਰਦੇ ਆਪਾਂ, ਇਟਸ ਵੈਰੀ ਡਿਫਿਕਲਟ। ਔਰ ਤੁਹਾਡਾ ਟੇਕ ਓਕੇ ਹੋਏ ਵੀ, ਐਕਟਰ ਜੋ ਵੀ ਐਕਟਰਸ ਖੜੇ ਨੇ ਉਹਨਾਂ ਨੇ ਵਧੀਆ ਕਰ ਵੀ ਦਿੱਤਾ ਹੋਏ, ਯੂ ਹੈਵ ਟੂ ਰੀਸ਼ੂਟ ਬਿਕੋਜ਼ ਪਿੱਛੇ ਪਾਸਿੰਗ ਕੋਈ ਕੈਮਰੇ 'ਚ ਦੇਖ ਰਿਹਾ ਹੁੰਦਾ, ਪਿੱਛੇ ਕੋਈ ਕੁਛ। ਸੋ ਯਾ, ਤੁਹਾਡੇ ਲਈ ਉੱਥੋਂ ਵਾਪਸ ਆਉਣਾ ਵੀ ਕਾਫੀ ਇਮੋਸ਼ਨਲ ਰਿਹਾ ਹੋਏਗਾ। ਜਿੱਦਾਂ ਤੁਹਾਡੀ ਪਹਿਲੀ ਮੂਵੀ ਸੀਗੀ ਹਨਾ, ਤੁਸੀਂ ਸ਼ੂਟ ਕੀਤਾ, ਫਿਰ ਉਹ ਕੁਝ ਇੱਕ ਕਨੈਕਸ਼ਨ ਬਿਲਟ ਹੋ ਜਾਂਦਾ ਹੈ ਹਨਾ। ਤੇ ਤੁਹਾਡਾ ਮਤਲਬ ਕਿਸ ਮੂਵੀ ਦੇ, ਜਿਵੇਂ ਤੁਸੀਂ ਐਂਕਰ ਸੀਗੇ, ਤੁਸੀਂ ਆ ਫਿਲਮੀ ਦੁਨੀਆ ਦੇ ਵਿੱਚ ਆਏ ਹੋ, ਕਿਸ ਚੀਜ਼ ਨਾਲ ਤੁਸੀਂ ਸਭ ਤੋਂ ਜ਼ਿਆਦਾ ਕਨੈਕਟਡ ਫੀਲ ਕਰਦੇ ਹੋ? ਮਤਲਬ ਤੁਹਾਨੂੰ ਵਧੀਆ ਕੀ ਲੱਗਦਾ ਹੈ ਇਸ ਫੀਲਡ ਦੇ ਬਾਰੇ? ਐਕਚੁਅਲੀ ਮੈਨੂੰ ਵਧੀਆ ਲੱਗਦਾ ਹੈ ਕੈਮਰਾ। ਸੋ ਇਟਸ ਨਾਟ ਅਬਾਊਟ ਐਂਕਰਿੰਗ ਔਰ ਐਕਟਿੰਗ। ਮੈਨੂੰ ਕੈਮਰਾ ਬਹੁਤ ਵਧੀਆ ਲੱਗਦਾ, ਭਾਵੇਂ ਕਿੱਥੇ ਵੀ ਲਾ ਦਿਓ। ਸੋ ਆਈ ਵਿਲ ਟੈਲ ਯੂ ਥਿੰਗ, ਮੇਰਾ ਫਰੈਂਡ ਹੈ, ਉਹਨੂੰ ਇਹ ਗੱਲ ਪਤਾ ਹੈ, ਲਾਈਕ ਮੈਂ ਬੋਲ ਕੇ ਨਹੀਂ ਦੱਸੀ ਕਦੀ, ਪਰ ਉਹਨੂੰ ਇਹ ਗੱਲ ਪਤਾ ਹੈ ਕਿ ਕੈਮਰਾ ਇਹ ਬਹੁਤ ਕੈਮਰਾ ਫਰੈਂਡਲੀ ਕਹਿ ਲਓ ਜਾਂ ਵਟਐਵਰ। ਸੋ ਇੱਕ ਵਾਰੀ ਅਸੀਂ, ਮੇਰਾ ਚੈਨਲ ਹੈ, ਸਬਸਕ੍ਰਾਈਬ ਕਰ ਲਓ, ਦ ਇਨਸਾਈਡਰ ਵਲੌਗਸ। ਸੋ ਆਪਾਂ ਉਹਦੇ ਲਈ ਸ਼ੂਟ ਕਰ ਰਹੇ ਸੀ ਔਰ ਉਹ ਮਸੂਰੀ ਗਏ ਸੀ ਆਪਾਂ, ਔਰ ਠੰਡ ਪੈ ਰਹੀ ਸੀ, ਚਿਲਡ ਵੈਦਰ ਦੇ ਵਿੱਚ ਚਿਲਡ ਸੀਗਾ ਪੂਲ ਜਿਹੜਾ ਮਸੂਰੀ 'ਚ ਵਾਟਰਫਾਲ ਹੈ ਨਾ ਉੱਥੇ। ਉਹ ਮੈਨੂੰ ਕਹੀ ਜਾਣ ਆ ਜਾ ਅੰਦਰ। ਮੈਂ ਕਿਹਾ ਨਾ।
ਸੋ ਦੇ ਸੈਡ ਕਿ ਅਸੀਂ ਕੈਮਰਾ ਰੋਲ ਕਰਤਾ ਹੁਣ ਤਾਂ ਤੈਨੂੰ ਆਣਾ ਹੀ ਪਏਗਾ। ਕੈਮਰਾ ਰੋਲ ਕਰਾ ਕੇ ਤੁਸੀਂ ਮੇਰੇ ਤੋਂ ਕੁਝ ਵੀ ਕਰਾ ਸਕਦੇ ਹੋ, ਲਾਈਕ ਤੁਸੀਂ ਮੇਰੇ ਤੋਂ ਉੱਤੋਂ ਜੰਪ ਵੀ ਮਰਵਾ ਸਕਦੇ ਹੋ ਕਿ ਕੈਮਰਾ ਰੋਲ ਹੈ, ਆ ਜਾ ਆ ਜਾ ਆ ਜਾ। ਮੈਨੂੰ ਕੁਝ ਹੁੰਦਾ ਹੈ ਕਿ ਯਾਰ ਮੇਰੀ ਬੇਇੱਜ਼ਤੀ ਹੋ ਰਹੀ ਹੈ, ਕੈਮਰਾ ਰੋਲ ਹੋ ਗਿਆ, ਚਲੋ ਚਲੋ ਕਰੋ। ਸੋ ਪਤਾ ਨਹੀਂ ਵਾਟ ਇਟ ਇਜ਼, ਬਟ ਹਾਂ ਮੈਨੂੰ ਕੈਮਰਾ ਬਹੁਤ ਪਸੰਦ ਹੈ। ਭਾਵੇਂ ਐਂਕਰਿੰਗ ਕਰਾ ਲਓ, ਭਾਵੇਂ ਐਕਟਿੰਗ ਕਰਾ ਲਓ, ਕੁਝ ਵੀ ਕਰਾ ਲਓ, ਡਾਂਸ ਕਰਾ ਲਓ, ਸਿੰਗਿੰਗ ਕਰਾ ਲਓ। ਅੱਛਾ, ਮਤਲਬ ਤੁਸੀਂ ਡਾਂਸ ਵੀ ਕਰ ਸਕਦੇ ਹੋ, ਤੁਸੀਂ ਐਕਟਿੰਗ ਵੀ ਕਰ ਸਕਦੇ ਹੋ, ਸਿੰਗਿੰਗ ਵੀ ਕਰ ਸਕਦੇ ਹੋ, ਐਸੀ ਕੋਈ ਚੀਜ਼ ਹੈ ਜੋ ਸਾਰਾ ਨਹੀਂ ਕਰ ਸਕਦੀ? ਬਹੁਤ ਕੁਝ ਹੋਏਗਾ। ਰਾਈਟਿੰਗ, ਆਈ ਐਮ ਨਾਟ ਗੁੱਡ ਐਟ ਰਾਈਟਿੰਗ। ਮੈਂ ਕੋਸ਼ਿਸ਼ ਕਰਦੀ ਹਾਂ, ਮੈਂ ਜਰਨਲ ਲਿਖਾ ਰੋਜ਼। ਮੈਂ ਇਸ ਸਾਲ ਤੋਂ ਜਰਨਲ ਖਰੀਦ ਕੇ ਸਪੈਸ਼ਲ ਪੈਸੇ ਪੁੱਟ ਕੇ ਇੱਕ ਜਰਨਲ ਖਰੀਦੀ ਕਿ ਮੈਂ ਲਿਖੂੰਗੀ ਇਹਦੇ ਤੇ, ਪਰ ਉਹ ਤੁਸੀਂ ਦੇਖ ਲਓ ਮੈਂ ਪਿਛਲੇ 20 ਦਿਨ ਤੋਂ ਲਿਖੀ ਨਹੀਂ ਹੈ। ਸੋ ਆਈ ਟਰਾਈ, ਪਰ ਮੈਨੂੰ ਰਾਈਟਿੰਗ ਵਾਲਾ ਜਿਹੜਾ ਇੱਕ ਬਹੁਤ ਕ੍ਰੀਏਟਿਵ ਐਸਪੈਕਟ ਹੈ ਲਾਈਫ ਦਾ, ਉਹ ਮੈਂ ਆਈ ਐਮ ਨਾਟ ਗੁੱਡ ਐਟ ਇਟ, ਦੋ ਆਈ ਟਰਾਈ। ਤੁਸੀਂ ਚਾਹ ਤਾਂ ਰਹੇ ਹੋ ਨਾ, ਪਰ ਫਿਰ ਚਾਹ ਰਹੀ ਹਾਂ ਮੈਂ ਕਿ ਥੋੜਾ ਬਹੁਤ ਛੱਡਿਓ ਨਾ, ਮਤਲਬ ਬਾਕੀ ਕਿਸੇ ਹੋਰ ਲਈ ਤਾਂ ਕੁਝ ਬਚ ਹੀ ਨਾ ਜਾਵੇ। ਨੋ ਆਈ ਥਿੰਕ ਜਿਹੜਾ ਥੋੜਾ ਵੀ ਕ੍ਰੀਏਟਿਵ ਬੰਦਾ ਹੁੰਦਾ, ਆਈ ਥਿੰਕ ਉਹ ਸਾਰਾ ਕੁਝ ਹੀ ਕਰਦਾ ਹੋਵੇਗਾ, ਕਰਨਾ ਚਾਹ ਰਿਹਾ। ਹਾਂਜੀ, ਉਹਦੇ ਅੰਦਰ ਹੁੰਦਾ ਕਿ ਮੈਂ ਵੀ ਕਰ ਲਾਂ, ਵੀ ਕਰ ਲਾਂ, ਵੀ ਕਰ ਲਾਂ। ਕੁਝ ਆਪਣੇ ਬਾਰੇ ਐਸੀ ਕੁਆਲਿਟੀ ਵੀ ਦੱਸੋ ਕੁਕਿੰਗ ਵਗੈरह ਵਾਲੀ ਕਿ ਜੋ ਨਾਰਮਲ ਲਾਈਫ ਦੇ ਨਾਲ ਰਿਲੇਟ ਕਰਦੀ ਹੋਵੇ। ਕੁਕਿੰਗ ਮੈਂ ਨਾ ਹੀ ਦੱਸਾਂ ਤੇ ਵਧੀਆ ਹੈ। ਆਈ ਐਮ ਨਾਟ ਵੈਰੀ ਗੁੱਡ ਐਟ ਕੁਕਿੰਗ, ਪਰ ਮੈਂ ਆਪਣੇ ਸਰਵਾਈਵਲ ਜੋਗੀ ਕੁਕਿੰਗ ਕਰ ਸਕਦੀ ਹਾਂ ਕਿ ਮੈਂ ਭੁੱਖੀ ਨਹੀਂ ਮਰੂੰਗੀ। ਬਟ ਜੇ ਮੈਂ ਤੁਹਾਨੂੰ ਇਨਵਾਈਟ ਕਰਨਾ ਹੋਏ ਤੇ ਮੈਂ ਨਹੀਂ ਕਰ ਸਕਦੀ ਕਿ ਤੁਸੀਂ ਆਇਓ ਮੈਂ ਤੁਹਾਨੂੰ ਪਕਵਾਨ ਬਣਾ ਕੇ ਖਿਲਾਉਂਗੀ, ਐਸਾ ਕੁਝ ਨਹੀਂ ਹੋ ਸਕਦਾ। ਤੁਸੀਂ ਆਇਓ ਮੈਂ ਤੁਹਾਨੂੰ ਬਾਹਰੋਂ ਆਰਡਰ ਕਰਕੇ ਖਵਾਉਂਗੀ। ਬਟ ਇਫ ਕਾਰਤਿਕ ਆਰਨ ਆਣ ਤੇ ਉਹ ਕਹਿਣ ਕਿ ਸਾਰਾ ਅੱਜ ਕੁਝ ਹੋ ਜਾਏ, ਫਿਰ ਕੀ ਕਰੋਗੇ ਤੁਸੀਂ? ਮੈਂ ਬਿਲਕੁਲ ਨਹੀਂ ਬਣਾਉਂਗੀ ਕਿਉਂਕਿ ਉਸ ਤੋਂ ਬਾਅਦ ਵਿਚਾਰਾ ਕਦੀ ਨਹੀਂ ਆ ਪਾਏਗਾ। ਮੈਂ ਕਹੂੰਗੀ ਕਿ ਮੈਂ ਬਣਾਇਆ, ਤੁਸੀਂ ਖਾ ਲਓ, ਪਰ ਮੈਂ ਬਾਹਰੋਂ ਆਰਡਰ ਕਰੂੰਗੀ। ਮੈਂ ਆਪਣੇ ਕੈਫੇ ਤੋਂ ਆਰਡਰ ਕਰੂੰਗੀ, ਸਾਡਾ ਕੈਫੇ ਵੀ ਹੈਗਾ ਅੰਮ੍ਰਿਤਸਰ 'ਚ। ਠੀਕ ਹੈ ਜੀ, ਪਰ ਮਤਲਬ ਤੁਹਾਨੂੰ ਕੁਕਿੰਗ ਪਸੰਦ ਨਹੀਂ ਹੈ, ਪਰ ਖਾਣਾ ਤਾਂ ਪਸੰਦ ਹੋਏਗਾ ਨਾ? ਖਾਣਾ ਮੈਨੂੰ ਬਹੁਤ ਪਸੰਦ ਹੈ। ਮੇਰੀ ਮੰਮੀ ਨੂੰ ਇਦਾਂ ਲੱਗਦਾ ਹੈ ਕਿ ਮੈਨੂੰ ਨਹੀਂ ਪਸੰਦ, ਪਰ ਮੈਨੂੰ ਪਸੰਦ ਹੈ ਕਿਉਂਕਿ ਮੰਮੀਆਂ ਦੇ ਹਿਸਾਬ ਨਾਲ ਅਸੀਂ ਹਮੇਸ਼ਾ ਅੰਡਰ ਨਿਊਟ੍ਰੀਸ਼ਨ ਹੀ ਹੁੰਦੇ ਆ, ਪਤਾ ਨਹੀਂ ਕਿਉਂ ਕਿ ਇਹ ਕੁਝ ਖਾਂਦੀ ਨਹੀਂ, ਬਟ ਆਈ ਰੀਅਲੀ ਲਾਈਕ ਫੂਡ, ਮੈਨੂੰ ਵਧੀਆ ਲੱਗਦਾ। ਬਟ ਜੇ ਤੁਸੀਂ ਕਹੋ ਆਮ ਅ ਫੂਡੀ, ਨੋ ਆਈ ਐਮ ਨਾਟ ਅ ਫੂਡੀ। ਮੈਨੂੰ 24 ਘੰਟੇ ਖਾਣ ਦਾ ਸੁਝਦਾ ਰਹੇ, ਬ੍ਰੇਕਫਾਸਟ ਤੋਂ ਬਾਅਦ ਲੰਚ, ਲੰਚ ਤੋਂ ਬਾਅਦ ਡਿਨਰ, ਆਈ ਐਮ ਨਾਟ ਦੈਟ ਪਰਸਨ। I like food। ਪਰ ਤੁਸੀਂ ਜਿਹੜੇ ਸ਼ਹਿਰ ਅੰਮ੍ਰਿਤਸਰ ਸ਼ਹਿਰ ਜੋ ਕਿ ਹੈ ਹੀ ਫੇਮਸ ਆਪਣੀ ਮਤਲਬ ਸਵਾਦ ਦੇ ਲਈ, ਤੇ ਉੱਥੋਂ ਹੀ ਆ ਕੇ ਲਾਈਕ ਐਕਚੁਅਲੀ ਮੇਰੀ ਸਾਰੀ ਫੈਮਿਲੀ ਖਾਣ ਦੀ ਬਹੁਤ ਸ਼ੌਕੀਨ ਹੈ, ਔਰ ਅੰਮ੍ਰਿਤਸਰ ਤੁਹਾਨੂੰ ਪਤਾ ਹੀ ਹੈ ਇੱਥੇ ਹਰ ਚੀਜ਼ 'ਚ ਇੰਨਾ ਸਵਾਦ ਪਾਇਆ ਹੋਇਆ ਰੱਬ ਨੇ ਕਿ ਵਟ ਐਵਰ ਯੂ ਈਟ ਤੁਸੀਂ ਮੂੰਹ ਤੋਂ ਨਹੀਂ ਲੱਥਦਾ। ਪਰ ਆਈ ਥਿੰਕ ਆਈ ਹੈਵ ਕੰਟਰੋਲ, ਲਾਈਕ ਮੈਂ ਕੰਟਰੋਲ ਕਰ ਸਕਦੀ ਹਾਂ। ਮੈਂ ਇੱਦਾਂ ਨਹੀਂ ਹੈ ਕਿ ਸ਼ੁਰੂ ਹੋ ਜਾ ਤੇ ਖਾਈ ਜਾਊਂਗੀ, ਆਈ ਕੈਨ ਕੰਟਰੋਲ। ਮਤਲਬ ਕਹਿ ਸਕਦੇ ਕਿ ਤੁਹਾਡੀ ਜਿਹੜੀ ਹੈ ਫਿਟਨੈਸ ਦਾ ਰਾਜ਼ ਹੈ ਕਿ ਤੁਸੀਂ? ਰਾਜ਼ ਨਹੀਂ ਹੈ, ਮੈਨੂੰ ਆਈ ਐਮ ਨਾਟ ਦੈਟ ਪਰਸਨ ਹੂ ਈਟਸ ਮਿੱਠਾ। ਜਿੱਦਾਂ ਮਿੱਠਾ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ, ਕੀ ਕਹਿੰਦੇ ਉਹ ਸ਼ਰਮਾ ਦੇ ਗੁਲਾਬ ਜਾਮੁਨ, ਜਲੇਬੀਆਂ, ਦਿਸ ਦੈਟ, ਆਈ ਐਮ ਨੋ ਮੈਨੂੰ ਬਿਲਕੁਲ ਪਸੰਦ ਨਹੀਂ ਹੈ। ਨੋ। ਫਿਟਨੈਸ ਦੀ ਗੱਲ ਕਰੀਏ ਤਾਂ ਤੁਸੀਂ ਫਿਟਨੈਸ ਮਤਲਬ ਦੇ ਫਿਟ ਰਹਿਣ ਦੇ ਲਈ ਕੀ ਟਿਪਸ ਦੋਗੇ? ਮੈਂ ਕੋਈ ਟਿਪਸ ਨਹੀਂ ਦੂੰਗੀ, ਮੇਰੇ ਤੋਂ ਕੋਈ ਟਿਪਸ ਨਾ ਲਿਓ ਕਿਉਂਕਿ ਮੈਨੂੰ ਆਪ ਟਿਪਸ ਦੀ ਲੋੜ ਹੈ। ਨਹੀਂ ਪਲੀਜ਼ ਮੈਨੂੰ ਟਿਪਸ ਦਿਓ, ਤੁਸੀਂ ਮੈਨੂੰ ਟਿਪਸ ਦਿਓ ਮੈਂ ਕੀ ਕਰਾਂ ਕਿ ਮੈਂ ਹੋਰ ਫਿਟ ਹੋ ਜਾ। ਬਿਕੋਜ਼ I see people around me who are really fit and then I feel कि यार मैं तो 24 घंटे कुछ ना कुछ इधर उधर चुक के खा ही लेनी है, like not a foodie पर मैं I will eat something or the other कि okay जे तुसी मैंने ऑफर करोगे ना कि खा लो, कुछ नहीं ਹੁੰਦਾ खा लो, फिर मैं थोड़ी गाल चा जाऊंगी। ਚਾਹ पे आती ਅੱਜ ਤੱਕ ਚਾਹ पे ਤੱਕੇ ਨਾ ਮੈਨੂੰ ਤੁਸੀਂ ਕਹਿੰਦੇ ਖਾ ਲੋ, ਮੈਂ ਖਾ ਲੂੰਗੀ। ਮਤਲਬ ਚਾਹ ਸਵਾਦ ਨਹੀਂ ਸੀ? ਨਹੀਂ I am not a tea person actually, ਪਰ ਚਾਹ ਬਹੁਤ ਵਧੀਆ ਸੀ। ਪੀ ਲਓ ਫਿਰ, ਖਤਮ ਕਰਕੇ ਠੰਡੀ ਹੋ ਗਈ। ਚਾਹ ਤਾਂ ਸਾਡੀ ਚਲੋ ਹੋ ਗਈ ਹੈ ਠੰਡੀ, ਪਰ ਮਿੱਠਾ ਵੀ ਤੁਸੀਂ ਪਸੰਦ ਨਹੀਂ ਕਰਦੇ, ਫਿਰ ਮਿੱਠੇ ਦੀ ਭੈਣ ਚਾਹ ਮੱਠੀ ਦੇ ਵਿੱਚ ਮੱਠੀ ਖਾ ਲਓ। ਚਲੋ ਠੀਕ ਹੈ ਜੀ, ਜਿੱਦਾਂ ਮੈਂ ਕਿਹਾ ਕਿ ਜੇ ਤੁਸੀਂ ਮੈਨੂੰ ਫੋਰਸ ਕਰੋਗੇ ਖਾ ਲਓ ਤਾਂ ਮੈਂ ਖਾ ਲੈਂਦੀ ਹਾਂ। ਪੰਜਾਬੀਆਂ ਦੀ ਤਾਂ ਪਛਾਣ ਹੀ ਇੱਥੋਂ ਹੈ ਕਿ ਬਿਨਾਂ ਖਵਾਏ ਪਿਆਏ ਅਸੀਂ ਆਪਣੇ ਮਹਿਮਾਨਾਂ ਨੂੰ ਨਹੀਂ ਭੇਜ ਸਕਦੇ। ਥੈਂਕ ਯੂ ਸੋ ਮਚ। ਚਾਹ ਵੀ ਬਹੁਤ ਵਧੀਆ ਸੀ, ਮੱਠੀ ਵੀ ਬਹੁਤ ਵਧੀਆ ਸੀ, ਤੁਸੀਂ ਵੀ ਲਓ ਪਲੀਜ਼। ਨਹੀਂ ਅਸੀਂ ਤੁਹਾਨੂੰ ਖਵਾਵਾਂਗੇ। ਨਹੀਂ ਲਓ, ਅਸੀਂ ਤੁਹਾਡੀ ਗੱਲਾਂ ਦਾ ਸਵਾਦ ਲੈ। ਨਹੀਂ ਮੱਠੀ ਦਾ ਸਵਾਦ ਲਓ। ਜਿੱਦਾਂ ਮੈਂ ਕਿਹਾ ਨਾ ਪੰਜਾਬੀ ਇਦਾਂ ਹੀ ਕਰਦੇ ਨੇ, ਨਹੀਂ ਖਾਓ। ਥੈਂਕ ਯੂ। ਇੱਥੋਂ ਮੈਂ ਹੁਣ ਤੁਹਾਡੇ ਤੋਂ ਪੁੱਛਣਾ ਚਾਹੂੰਗੀ, ਹੁਣ ਤੁਸੀਂ ਕੁਝ ਹੁਣ ਆਪਣੇ ਅਪਕਮਿੰਗ ਪ੍ਰੋਜੈਕਟਸ ਜਾਂ ਆਪਣੀ ਹੋਰ ਕੋਈ ਮੂਵੀਜ਼ ਬਾਰੇ ਦੱਸੋ, ਆਡੀਅנס ਤੁਹਾਨੂੰ ਕਿੱਥੇ ਹੋਰ ਦੇਖ ਸਕਦੀ ਹੈ? ਆਲਰਾਈਟ, ਸੋ ਸਮੀਪ ਕੰਗ ਸਰ ਦੇ ਨਾਲ ਮੇਰੀ ਇੱਕ ਹੋਰ ਵੈਬ ਸੀਰੀਜ਼ ਜੋ ਆਪਾਂ ਆਲਰੇਡੀ ਅਨਾਉਂਸ ਕੀਤੀ ਹੋਈ ਹੈ ਉਹ ਆਉਣ ਵਾਲੀ ਹੈ। ਉਹਦਾ ਸ਼ੂਟ ਹਲੇ ਪੈਂਡਿੰਗ ਹੈ, ਸੋ ਉਹਨੂੰ ਥੋੜਾ ਜਿਹਾ ਟਾਈਮ ਲੱਗੂਗਾ। ਔਰ ਉਹ ਵਾਲੀ ਵੈਬ ਸੀਰੀਜ਼ ਆਉਣ ਵਾਲੀ ਹੈ ਜਿਹਦਾ ਨਾਮ ਹੈ ਮਾਸਟਰ ਸਕੀਮ ਸਿੰਘ, ਜਿਹਦੇ ਵਿੱਚ ਗੁਰਪ੍ਰੀਤ ਘੁੱਗੀ ਸਰ ਨੇ ਮੇਨ ਲੀਡ ਤੇ, ਐਂਡ
ਉਹ ਵਾਲੀ ਵੈਬ ਸੀਰੀਜ਼ ਐਂਡ ਫਿਲਮ ਜਿਹੜੀ ਹੈ ਉਹ ਇੱਕ ਹੈਗੀ ਹੈ ਪਾਈਪਲਾਈਨ ਦੇ ਵਿੱਚ, ਬਟ ਹਲੇ ਮੈਨੂੰ ਕਿਹਾ ਗਿਆ ਹੈ ਕਿ ਉਹਨੂੰ ਟੌਪ ਸੀਕ੍ਰੇਟ ਰੱਖੋ, ਸੋ ਹਲੇ ਫਿਲਹਾਲ ਉਹਦੇ ਬਾਰੇ ਮੈਂ ਨਹੀਂ ਦੱਸੂੰਗੀ, ਬਟ ਯਾ ਵੈਬ ਸੀਰੀਜ਼ ਆ ਰਹੀ ਹੈ ਸਮੀਪ ਕੰਸਰ ਦੇ ਨਾਲ ਇੱਕ ਹੋਰ। ਠੀਕ ਹੈ ਸਾਇਰਾ, ਤੁਹਾਡੇ ਨਾਲ ਗੱਲ ਕਰਕੇ ਇੰਨਾ ਮਜ਼ਾ ਆ ਰਿਹਾ ਹੈ ਕਿ ਮੇਰਾ ਤਾਂ ਜੀ ਨਹੀਂ ਕਰ ਰਿਹਾ ਇਹ ਆਪਣੀਆਂ ਗੱਲਾਂ ਦਾ ਸਿਲਸਿਲਾ ਖਤਮ ਹੋਏ। ਵੈਸੇ ਵੀ ਜਿੱਥੇ ਦੋ ਕੁੜੀਆਂ ਬੈਠ ਜਾਣ ਗੱਲ ਕਰਨ ਤੇ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਕਿ ਛੇਤੀ ਗੱਲ ਮੁੱਕ ਜੇ। ਦੈਟਸ ਟਰੂ, ਇਹ ਇੰਟਰਵਿਊ ਥੋੜੀ ਲੰਬੀ ਲੱਗ ਰਹੀ ਹੋਏਗੀ ਸਾਰਿਆਂ ਨੂੰ, ਬਟ ਸਾਨੂੰ ਮਜ਼ਾ ਆ ਰਿਹਾ ਸੀ। ਨਹੀਂ, ਮੈਨੂੰ ਤਾਂ ਲੰਬੀ ਬਿਲਕੁਲ ਵੀ ਨਹੀਂ ਲੱਗ ਰਹੀ, ਮੈਨੂੰ ਤਾਂ ਪਤਾ ਹੀ ਨਹੀਂ ਚੱਲ ਰਿਹਾ ਕਿ ਸਮਾਂ ਜਾ ਕਿੱਥੇ ਰਿਹਾ। ਤੁਹਾਡੀ ਇੰਨੀ ਮਿੱਠੀ ਆਵਾਜ਼ ਸੁਣ ਕੇ ਤੇ ਗੱਲਾਂ ਇੰਨੀਆਂ ਇੰਟਰਸਟਿੰਗ ਤੇ ਇਨਸਪਾਇਰਿੰਗ ਨੇ ਕਿ ਗੱਲਾਂ ਦਾ ਸੱਚੀ ਜੀ ਨਹੀਂ ਕਰ ਰਿਹਾ। ਪਰ ਮੈਂ ਜਾਂਦੇ ਜਾਂਦੇ ਇਹ ਜ਼ਰੂਰ ਤੁਹਾਨੂੰ ਕਹੂੰਗੀ ਕਿ ਤੁਸੀਂ ਸਾਡੀ ਆਡੀਅנס ਲਈ ਤੇ ਯੂਥ ਲਈ ਕੀ ਮੈਸੇਜ ਦੇਣਾ ਚਾਹੋਗੇ? ਆਡੀਅנס ਅੱਜ ਕੱਲ੍ਹ ਬਹੁਤ ਸਮਾਰਟ ਹੈ, ਇਹ ਮੈਂ ਉਹਨਾਂ ਨੂੰ ਕੁਝ ਨਹੀਂ ਸਮਝਾ ਸਕਦੀ, ਦੇ ਆਰ ਆਲਰੇਡੀ ਸੋ ਸਮਾਰਟ। ਬਟ ਜਿਵੇਂ ਕਿ ਮੈਂ ਸਟਾਰਟਿੰਗ 'ਚ ਕਿਹਾ ਸੀ ਕਿ ਇਹ ਜਿਹੜੀ ਲਵਲੀ ਵੰਡਰਫੁਲ ਆਡੀਅנס ਹੈ ਸਾਡੇ ਪੰਜਾਬ ਦੀ, ਜੋ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੀ ਹੈ, ਜਾ ਕੇ ਦੇਖਦੀ ਹੈ, ਉਹ ਹਮੇਸ਼ਾ ਇੱਕ ਕਮੈਂਟ ਕਰਦੀ ਹੈ ਕਿ ਨਵੇਂ ਚਿਹਰਿਆਂ ਨੂੰ ਆਉਣਾ ਚਾਹੀਦਾ ਹੈ, ਸੋ ਨਵਾਂ ਚਿਹਰਾ ਆ ਗਿਆ ਹੈ। ਇਹਨੂੰ ਜਾ ਕੇ ਦੇਖਿਓ ਥੀਏਟਰ ਦੇ ਵਿੱਚ। ਮੈਂ ਸਿਰਫ ਤੁਹਾਡੇ ਤੋਂ ਰਿਕੁਐਸਟ ਕਰ ਸਕਦੀ ਹਾਂ ਕਿ ਤੁਸੀਂ ਜਾਇਓ। ਇਫ ਯੂ ਲਾਈਕ ਇਟ ਗੁੱਡ, ਇਫ ਯੂ ਡੋਂਟ ਲਾਈਕ ਇਟ ਤਾਂ ਵੀ ਤੁਸੀਂ ਦੱਸ ਸਕਦੇ ਹੋ, ਦਿਸ ਇਜ਼ ਨੋ ਪ੍ਰੋਬਲਮ, ਕਿਉਂਕਿ ਫੀਡਬੈਕ ਦੇ ਨਾਲ ਹੀ ਬੰਦਾ ਅੱਗੇ ਵੱਧਦਾ ਹੈ। ਐਂਡ ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਯੂ ਨੋ ਵਨ ਫਿਲਮ ਐਂਡ ਦੈਨ ਯੂ ਬੀ ਅ ਸੁਪਰਸਟਾਰ, ਨੋ। ਅਸੀਂ ਸਾਰੇ ਲਰਨ ਕਰ ਰਹੇ ਹਾਂ ਐਂਡ ਮੈਂ ਐਂਕਰਿੰਗ ਵੀ ਔਨ ਦ ਜੌਬ ਸਿੱਖੀ ਹੈ। ਲਾਈਕ ਐਂਕਰ ਥੋੜੇ ਸੀ ਮੈਂ ਕੋਈ ਪਹਿਲੇ ਤੋਂ, ਔਨ ਦ ਜੌਬ ਆਈ ਹੈਵ ਲਰਨਡ। ਐਕਟਿੰਗ ਵੀ ਆਈ ਐਮ ਲਰਨਿੰਗ ਔਨ ਦ ਜੌਬ। ਮੈਂ ਐਕਟਿੰਗ ਕਰਦੇ ਕਰਦੇ ਐਕਟਿੰਗ ਸਿੱਖ ਰਹੀ ਹਾਂ। ਯੂ ਕੈਨ ਆਲਵੇਜ਼ ਟੈਲ ਮੀ ਯੋਰ ਫੀਡਬੈਕ, ਤੁਹਾਨੂੰ ਕਿਵੇਂ ਦੀ ਲੱਗੀ, ਅੱਛੀ, ਬੁਰੀ, ਬਹੁਤ ਅੱਛੀ, ਜਿਵੇਂ ਵੀ ਤੁਹਾਨੂੰ ਲੱਗੇ ਤੁਸੀਂ ਜ਼ਰੂਰ ਦੱਸਿਓ। ਐਂਡ ਪਲੀਜ਼ ਜਾ ਕੇ ਸਾਡੀ ਫਿਲਮ ਨੂੰ ਥੀਏਟਰ ਦੇ ਵਿੱਚ ਦੇਖਿਓ ਜਦੋਂ ਵੀ ਤੁਹਾਨੂੰ ਟਾਈਮ ਲੱਗੇ। ਐਂਡ ਫॉर ਯੂ ਗਾਈਜ਼, ਯੂ ਆਰ ਦ ਸਮਾਰਟੈਸਟ ਆਡੀਅנס। ਤੁਸੀਂ ਸਭ ਨੂੰ ਬਣਾਉਂਦੇ ਹੋ ਜਾਂ ਸਭ ਨੂੰ ਖਤਮ ਕਰਦੇ ਹੋ, ਆਡੀਅנס ਤੋਂ ਉੱਪਰ ਕੋਈ ਨਹੀਂ ਹੁੰਦਾ। ਔਰ ਇਹ ਮੈਂ ਆਪਣੇ 7 ਇਅਰਸ ਦੇ ਐਂਕਰਿੰਗ ਕਰੀਅਰ ਦੇ ਵਿੱਚ ਵੀ ਦੇਖਿਆ ਹੈ, ਜੋ ਆਡੀਅנס ਚਾਹੇਗੀ ਉਹੀ ਬੰਦਾ ਅੱਗੇ ਆਉਂਦਾ ਹੈ। ਸੋ ਮਾਈ ਹਾਰਟ ਟੂ ਯੂ, ਪਲੀਜ਼ ਜਾ ਕੇ ਫਿਲਮ ਦੇਖਿਓ। ਥੈਂਕ ਯੂ ਸੋ ਮਚ। ਅਸੀਂ ਤਾਂ ਇਹੀ ਅਰਦਾਸ ਕਰਾਂਗੇ ਕਿ ਤੁਹਾਡੀ ਜਿਹੜੀ ਮੂਵੀ ਹੈ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ, ਤੇ ਅਸੀਂ ਤਾਂ ਆਪ ਸਾਰੀ ਟੀਮ ਲੈ ਕੇ ਮੂਵੀ ਦੇਖਣ ਜ਼ਰੂਰ ਜਾਵਾਂਗੇ। ਤੇ ਪਲੀਜ਼ ਜਾਓ ਤੇ ਜ਼ਰੂਰ ਤੁਹਾਡੀ ਮੂਵੀ ਐਸੀ ਹੋਵੇ ਤਾਂ ਕਿਵੇਂ ਛੱਡਦੀ ਹੈ। ਨਾਲੇ ਹੁਣ ਗੱਲਾਂ ਸੁਣ ਕੇ ਤਾਂ ਸਾਨੂੰ ਜੀ ਹੋ ਰਿਹਾ ਕਿ ਬਸ ਆਏ ਤੇ ਅਸੀਂ ਥੀਏਟਰ ਨਿਕਲੀਏ। ਆਡੀਅנס ਲਈ ਵੀ ਮੈਂ ਇਹੀ ਕਹੂੰਗੀ ਕਿ ਮੂਵੀ ਜਿੱਦਣ ਹੀ ਆਏ ਥੀਏਟਰ ਭਰ ਜਾਣਾ ਚਾਹੀਦਾ ਹੈ, ਹਨਾ ਜੀ? ਥੈਂਕ ਯੂ। ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਤੇ ਇਟਸ ਮਾਈ ਪਲੇਜ਼ਰ। ਮਿੱਠੀਆਂ ਗੱਲਾਂ ਸੁਣਾਈਆਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸੋ ਮਚ, ਇਟਸ ਮਾਈ ਪਲੇਜ਼ਰ। ਤੁਸੀਂ ਮੈਨੂੰ ਚਾਹ, ਮੱਠੀ ਤੇ ਗੱਲਾਂ ਦੇ ਵਿੱਚ ਬੁਲਾਇਆ, ਥੈਂਕ ਯੂ ਸੋ ਮਚ। ਚਾਹ ਵੀ ਪੀ ਲਈ, ਮੱਠੀ ਵੀ ਖਾ ਲਈ, ਗੱਲਾਂ ਵੀ ਕਰ ਲਈ। ਆਈ ਹੋਪ ਤੁਹਾਨੂੰ ਚੰਗਾ ਲੱਗਾ ਹੋਏਗਾ। ਸੋ ਮੇਰੇ ਵੱਲੋਂ ਥੈਂਕ ਯੂ ਸੋ ਮਚ ਐਂਡ ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਇਨਵਾਈਟਿੰਗ ਮੀ, ਥੈਂਕ ਯੂ। ਸੋ ਇਹ ਸੀ ਜੀ ਸਾਡੇ ਅੱਜ ਦੇ ਮਹਿਮਾਨ ਸਾਇਰਾ, ਜਿਨ੍ਹਾਂ ਨਾਲ ਅਸੀਂ ਕੀਤੀਆਂ ਬਹੁਤ ਹੀ ਸਾਰੀਆਂ ਗੱਲਾਂ। ਸਾਨੂੰ ਤਾਂ ਇਹ ਗੱਲਾਂ ਕਰਕੇ ਬਹੁਤ ਹੀ ਮਜ਼ਾ ਆਇਆ। ਤੁਹਾਨੂੰ ਇਹ ਗੱਲਾਂ ਕਿਹੋ ਜਿਹੀਆਂ ਲੱਗੀਆਂ, ਇਹ ਸਾਨੂੰ ਸਾਡੇ ਕਮੈਂਟ ਸੈਕਸ਼ਨ ਵਿੱਚ ਦੱਸਣਾ ਨਾ ਭੁੱਲਿਓ। ਨਾਲ ਹੀ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ। ਸੋ ਇਹਦੇ ਨਾਲ ਹੀ ਮੈਂ ਤੁਹਾਡੀ ਹੋਸਟ ਰੂਪਾਕਸ਼ੀ ਤੁਹਾਡੇ ਤੋਂ ਲੈਣੀ ਆ ਇਜਾਜ਼ਤ। ਫੇਰ ਆਵਾਂਗੇ ਤੁਹਾਡੇ ਨਾਲ ਚਾਹ ਮੱਠੀ ਲੈ ਕੇ ਇੱਕ ਨਵੇਂ ਸਿਤਾਰਿਆਂ ਦੇ ਨਾਲ, ਤੇ ਕਰਾਂਗੇ ਫੇਰ ਬਹੁਤ ਸਾਰੀਆਂ ਗੱਲਾਂ। ਉਦੋਂ ਤੱਕ ਸਤਿ ਸ਼੍ਰੀ ਅਕਾਲ। ਪੰਜਾਬੀ ਯਾਰ ਐਂਟਰਟੇਨਮੈਂਟ ਦੀ ਫੈਕਟਰੀ।